ਸਰ ਜਦੋਂ ਵੀ ਆਪਣੇ ਪੈਰਾਂ ਦੇ ਵਿੱਚ ਕੋਈ ਸੁੰਨਪੁਣਾ, ਕੋਈ ਕੀੜੀਆਂ ਲੜਨ ਲੱਗ ਜਾਣ ਜਾਂ ਪੈਰ ਦੇ ਵਿੱਚ ਕਮਰ ਤੋਂ ਸ਼ੁਰੂ ਹੋ ਕੇ ਲੱਤ ਤੱਕ ਕੋਈ ਦਰਦ ਜਾਵੇ, ਉਸ ਨੂੰ ਅਸੀਂ ਆਮ ਭਾਸ਼ਾ ਦੇ ਵਿੱਚ ਪੰਜਾਬੀ 'ਚ ਸ਼ਿਆਟਿਕਾ ਕਹਿ ਦਿੰਦੇ ਹੁੰਦੇ ਹਾਂ। ਸੋ ਪਹਿਲਾ ਕਾਮਨ ਕਾਰਨ ਹੈ ਇਹਦਾ ਸਲਿਪ ਡਿਸਕ। ਨੰਬਰ 2 ਕਾਰਨ ਕੀ ਹੈ ਕਿ ਸਰ ਕੋਈ ਮਰੀਜ਼ ਹੈ, ਕੋਈ ਸੱਟ ਲੱਗ ਗਈ, ਕੋਈ ਟਰੋਮਾ ਹੋ ਗਿਆ, ਮਣਕਾ ਉਤਰਨਾ, ਅਸੀਂ ਇੰਗਲਿਸ਼ 'ਚ ਇਹਨੂੰ ਲਿਸਥੀਸਿਸ ਕਹਿ ਦਿੰਦੇ ਹਾਂ, ਪੰਜਾਬੀ 'ਚ ਇਹਨੂੰ ਕਹਿੰਦੇ ਮਣਕਾ ਉਤਰਨਾ, ਕਿ ਗਿਰਨ ਕਰਕੇ ਮਣਕਾ ਅੱਗੇ ਸਲਿਪ ਹੋ ਗਿਆ। ਤੀਜਾ ਕਾਰਨ ਟੀਬੀ ਹੋ ਗਿਆ। ਚੌਥਾ ਕਾਰਨ ਸਰ ਹੋ ਗਿਆ ਕਿ ਆਪਣੀ ਜਿਵੇਂ ਉਮਰ ਵੱਧਦੀ ਹੈ, 40-45 ਸਾਲ ਦੀ ਉਮਰ ਤੋਂ ਬਾਅਦ ਹੱਡੀਆਂ ਦੇ ਵਿੱਚ ਕੈਲਸ਼ੀਅਮ ਖਤਮ ਹੋਣਾ ਸ਼ੁਰੂ ਹੋ ਜਾਂਦਾ ਹੈ, ਉਹਨੂੰ ਆਪਾਂ ਕਹਿ ਦਿੰਦੇ ਹਾਂ ਆਸਟੀਓਪੋਰੋਸਿਸ, ਕਿ ਹੱਡੀਆਂ ਆਪਣੀਆਂ ਕਮਜ਼ੋਰ ਹੋਣਾ ਸ਼ੁਰੂ ਹੋ ਗਈਆਂ। 6 ਹਫ਼ਤੇ ਤੋਂ ਜ਼ਿਆਦਾ ਜੇ ਕਿਸੇ ਵੀ ਮਰੀਜ਼ ਨੂੰ ਲੰਬਾ ਦਰਦ ਰਹਿੰਦਾ ਹੈ ਤਾਂ ਪਲੀਜ਼ ਆਪਣੇ ਡਾਕਟਰ ਨੂੰ ਜ਼ਰੂਰ ਦਿਖਾਓ, ਉਹਨੂੰ ਪ੍ਰੋਪਰ ਇਵੈਲੂਏਟ ਕਰਾਓ, ਤਾਂ ਹੀ ਅਸੀਂ ਉਹਨੂੰ ਜਲਦੀ ਟਾਈਮ ਨਾਲ ਫੜ ਸਕਦੇ ਹਾਂ। ਪੈਰਾਲਾਈਜ਼ ਦਾ ਅਟੈਕ ਆ ਜਾਂਦਾ, ਸਪਾਈਨ ਦੇ ਵਿੱਚ ਦਿੱਕਤ ਆਉਂਦੀ ਹੈ, ਜਿਹਨੂੰ ਆਪਾਂ ਰੀੜ੍ਹ ਦੀ ਹੱਡੀ ਦੇ ਵਿੱਚ ਅਟੈਕ ਆਣਾ ਕਹਿੰਦੇ ਆ ਕਿ ਥੱਲੇ ਵਾਲਾ ਪੋਰਸ਼ਨ ਚੱਲਣਾ ਬੰਦ ਹੋ ਚੁੱਕਿਆ, ਲੱਤਾਂ ਪੈਰਾਂ ਦੇ ਵਿੱਚ ਜਾਨ ਨਹੀਂ ਰਹੀ, ਉਹ ਅਟੈਕ ਆ ਜਾਂਦੇ ਨੇ। ਕਿਉਂ ਇਨਸਾਨ ਅਟੈਕ ਆਉਣ ਦੀ ਵੇਟ ਕਰਦਾ ਹੈ, ਕਿਉਂ ਪਹਿਲਾਂ ਧਿਆਨ ਨਹੀਂ ਦਿੰਦਾ, ਕੀ ਲੱਛਣ ਰਹਿੰਦੇ ਨੇ, ਕਿਵੇਂ ਦੇਖਭਾਲ ਕਰਨੀ ਚਾਹੀਦੀ ਆ? ਸਭ ਤੋਂ ਵੱਡਾ ਸਵਾਲ, ਓਪਰੇਟ ਕਰਾਉਣਾ ਚਾਹੀਦਾ ਜਾਂ ਨਹੀਂ ਚਾਹੀਦਾ? 40-45 ਸਾਲ ਉਮਰ ਤੱਕ ਠੀਕ ਹੈ, ਤੁਸੀਂ ਕਿਹਾ ਕਿ 40-45 ਸਾਲ ਤੋਂ ਉਮਰ ਤੋਂ ਬਾਅਦ ਜਿਹੜੀਆਂ ਹੱਡੀਆਂ ਦੇ ਵਿੱਚ ਵਿਟਾਮਿਨਾਂ ਦੀ ਕਮੀ ਹੋਣੀ ਸ਼ੁਰੂ ਹੋ ਜਾਂਦੀ ਹੈ। ਪਰ ਜਿਵੇਂ ਮੰਨ ਲਓ ਇਹ ਅਟੈਕ ਕਈਆਂ ਨੂੰ 55 ਸਾਲ ਦੇ ਨੇ, ਕੋਈ 60 ਸਾਲ ਦੇ ਨੇ, ਕੋਈ 65 ਸਾਲ ਦੇ ਨੇ, ਇਹ ਕਿੰਨਾ ਕੁ ਸਕਸੈਸਫੁਲ ਹੈ? ਤੁਸੀਂ 50-55 ਦੀ ਗੱਲ ਕਰਨ ਸਰ, ਸਾਡੇ ਕੋਲ ਅੱਜ ਕੱਲ੍ਹ 22-22, 23-23 ਸਾਲ ਦੇ ਬੱਚੇ ਸਰ ਸਾਡੇ ਕੋਲ ਕੈਨੇਡਾ ਦੇ ਇੰਨੇ ਬੱਚੇ ਸਟੂਡੈਂਟਸ ਆਉਂਦੇ ਨੇ ਜੋ ਕਿ ਬਾਹਰ ਜਾ ਕੇ ਹੈਵੀ ਕੰਮ ਕਰਦੇ ਨੇ, ਉਹ ਸਾਡੇ ਕੋਲ ਇੰਡੀਆ 'ਚ ਆ ਕੇ ਟ੍ਰੀਟਮੈਂਟ ਚਲਾ ਰਹੇ ਨੇ ਸਰ। ਯੂ ਵੋਂਟ ਬਿਲੀਵ ਸਰ, 22-22, 23-23 ਸਾਲ ਦੇ ਬੱਚੇ ਸਾਡੇ ਸਰ, ਮੈਂ ਯੰਗੈਸਟ ਇੱਕ 16 ਸਾਲ ਦੀ ਬੱਚੀ ਦਾ ਆਪਰੇਟ ਕੀਤਾ ਹੈ, ਜਿਹਦਾ ਪੈਰ ਡਿਸਕ ਏਡੀ ਵੱਡੀ ਪ੍ਰੋਬਲਮ, 16 ਸਾਲ ਦੀ ਬੱਚੀ ਦਾ ਆਪਰੇਟ ਕੀਤਾ ਸਰ, ਉਹਦਾ ਪੈਰ ਕੰਮ ਕਰਨਾ ਬਿਲਕੁਲ ਬੰਦ ਕਰ ਗਿਆ ਸੀਗਾ ਸਰ। ਉਹ ਇੰਨੀ ਲੇਟ ਸਟੇਜ, ਜਦਕਿ ਉਸ ਬੱਚੀ ਨੂੰ ਪ੍ਰੋਬਲਮ 2 ਸਾਲ ਤੋਂ ਸੀ। ਆਪਰੇਟ ਕਰਾਉਣ ਨਾਲ ਬੰਦਾ ਕਿੰਨੇ % ਚਾਂਸ ਨੇ ਕਿ ਉਹ ਆਪਣੇ ਪੈਰਾਂ ਤੇ ਫੇਰ ਦੁਬਾਰਾ ਚੱਲ ਸਕਦਾ? ਸਰ ਇਹ ਡਿਪੈਂਡ ਕਰਦਾ ਪੇਸ਼ੈਂਟ ਸਾਡੇ ਕੋਲ ਕਿਸ ਸਟੇਜ 'ਚ ਆ ਰਿਹਾ। ਜੇ ਸਰ ਤੁਸੀਂ ਅਰਲੀ ਸਟੇਜ 'ਚ ਆਉਂਦੇ ਹੋ, ਟਾਈਮ ਰਹਿੰਦੇ ਸਾਡੇ ਕੋਲ ਆਉਂਦੇ ਹੋ, ਹਜੇ ਪ੍ਰੋਬਲਮ ਇੰਨੀ ਜ਼ਿਆਦਾ ਨਹੀਂ ਹੈਗੀ, ਹਜੇ ਨਸਾਂ ਦੇ ਦਬਾਅ ਇੰਨਾ ਜ਼ਿਆਦਾ ਨਹੀਂ ਆ ਰਿਹਾ, ਹਜੇ ਤੁਹਾਡਾ ਪੈਰ ਪ੍ਰੋਪਰ ਕੰਮ ਕਰ ਪਾ ਰਿਹਾ, ਤੁਹਾਡਾ ਹਜੇ ਲੈਟਰਿਨ ਪਿਸ਼ਾਬ ਦਾ ਕੰਟਰੋਲ, ਜੋ ਕਿ ਬਹੁਤ ਵੱਡੀ ਗੱਲ ਹੈ, ਜੇ ਤੁਹਾਡਾ ਹਜੇ ਤੱਕ ਇੰਟੈਕਟ ਹੈ ਸਰ, ਫਿਰ ਮੋਰ ਦੈਨ 95% ਸਕਸੈਸ ਰੇਟ ਹੈ। ਅੱਛਾ, 95% ਤੋਂ ਜ਼ਿਆਦਾ ਸਕਸੈਸ ਰੇਟ ਹੈ ਸਰ। ਕੰਪਲਿਕੇਸ਼ਨ ਰੇਟ ਓਨਲੀ 2 to 3% ਹੈ ਸਰ। ਇਹ ਆਪਾਂ ਲੋਕਾਂ ਨੂੰ ਲੱਗਦਾ ਕਿ ਆਪਾਂ ਸੁਣ ਲਈ ਕਿਸ ਦੀ ਗੱਲ ਕਿ ਨਾ ਜੀ ਨਾ ਆਪਰੇਸ਼ਨ ਨਹੀਂ ਕਰਾਉਣਾ, ਮੈਂ ਬੈੱਡ ਤੇ ਪੈ ਜਾਊਂਗਾ, ਮੈਂ ਮੰਜੇ ਤੇ ਪੈ ਜਾਵਾਂਗੇ, ਜੋ ਆਪਾਂ ਆਸੇ-ਪਾਸੇ ਦੇਖਦੇ ਵੀ ਹਾਂ ਕਿ ਉਹ ਚੀਜ਼ ਸਰ ਇਹੋ ਜਿਹਾ ਬਿਲਕੁਲ ਕੁਝ ਨਹੀਂ ਹੈ ਸਰ। ਅੱਜ ਦੇ ਟਾਈਮ 'ਚ ਸਪਾਈਨ ਸਰਜਰੀਜ਼ ਐਬਸੋਲੂਟਲੀ ਸੇਫ, 95% ਤੋਂ ਜ਼ਿਆਦਾ ਸਕਸੈਸ ਰੇਟ ਹੈ ਸਰ। ਤੇ ਅੱਜ ਕੱਲ੍ਹ ਅਸੀਂ ਸਰ ਦੂਰਬੀਨ ਦੇ ਨਾਲ ਸਪਾਈਨ ਸਰਜਰੀ ਕਰਦੇ ਹਾਂ ਸਰ। ਸਾਡੇ ਕੋਲ ਇੰਨੀ ਲੇਟੈਸਟ ਟੈਕਨੀਕ ਨੇ ਕਿ ਜੇ ਪੇਸ਼ੈਂਟ ਅੱਜ ਸਾਡੇ ਕੋਲ ਆਉਂਦਾ ਹੈ, ਅਸੀਂ ਸਵੇਰੇ ਸਰਜਰੀ ਕਰਕੇ ਪੇਸ਼ੈਂਟ ਨੂੰ ਸ਼ਾਮੀ ਛੁੱਟੀ ਕਰ ਦਿੰਦੇ ਹਾਂ। ਅੱਛਾ, ਸਵੇਰੇ ਆਓ ਤੇ ਸ਼ਾਮ ਨੂੰ ਛੁੱਟੀ ਸਰ। ਨਾ ਪੇਸ਼ੈਂਟ ਨੂੰ ਬੇਹੋਸ਼ ਕਰਦੇ ਹਾਂ, ਜਾਗਦੇ ਪੇਸ਼ੈਂਟ ਦੇ ਵਿੱਚ ਲੋਕਲ ਦੇ ਵਿੱਚ ਸਪਾਈਨ ਸਰਜਰੀ ਹੁੰਦੀ ਹੈ, ਪੇਸ਼ੈਂਟ ਨੂੰ ਟੇਬਲ ਤੇ ਹੀ ਆਰਾਮ ਆ ਜਾਂਦਾ ਹੈ ਤੇ ਸ਼ਾਮ ਨੂੰ ਪੇਸ਼ੈਂਟ ਤੁਰ ਕੇ ਘਰੇ ਚਲਾ ਜਾਂਦਾ ਸਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਰੈਮ ਟੀਵੀ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਰਵਿੰਦਰ ਖੰਨਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ। ਇਨਸਾਨ ਦਾ ਸਰੀਰ ਇੱਕ ਸਭ ਤੋਂ ਵੱਡੀ ਦੌਲਤ ਹੈ। ਜੇ ਉਹ ਬਿਲਕੁਲ ਠੀਕ ਠਾਕ ਚੱਲ ਰਿਹਾ, ਤੁਰ ਫਿਰ ਰਹੇ ਆ, ਪੈਰ ਸਲਾਮਤ ਨੇ, ਕੰਮ ਕਰ ਰਿਹਾ, ਤਾਂ ਉਹ ਦੁਨੀਆ ਭਰ ਦੀ ਦੌਲਤ ਕਮਾ ਲੈਂਦਾ ਹੈ। ਪਰ ਕਹਿੰਦੇ ਜਦੋਂ ਸਿਕੰਦਰ ਵੀ ਸਾਰੀ ਦੁਨੀਆ ਜਿੱਤਣ ਤੋਂ ਬਾਅਦ ਖਾਲੀ ਹੱਥ ਗਿਆ ਨਾ, ਕਹਿੰਦੇ ਤਾਂ ਚਲੇ ਗਿਆ ਕਿ ਸਰੀਰ ਸਾਥ ਦੇਣਾ ਛੱਡ ਗਿਆ ਸੀ। ਸਰੀਰ ਨੂੰ ਲੈ ਕੇ ਇਨਸਾਨ ਬਹੁਤ ਅਣਗਹਿਲੀ ਕਰਦਾ। ਉਹ ਇਸ ਕਰਕੇ ਕਰ ਲੈਂਦਾ ਕਿਉਂਕਿ ਅੱਜ ਦੇ ਟਾਈਮ 'ਚ ਪੈਸੇ ਦੀ ਦੌੜ ਦੇ ਪਿੱਛੇ ਇੰਨਾ ਤੇਜ਼ ਭੱਜ ਰਿਹਾ, ਉਹਦੇ ਕੋਲ ਆਪਣੇ ਸਰੀਰ ਦਾ ਖਿਆਲ ਰੱਖਣ ਵਾਸਤੇ ਵੀ ਸਮਾਂ ਨਹੀਂ ਹੈਗਾ। ਬਹੁਤ ਕੇਸ ਐਸੇ ਆ ਜਾਂਦੇ ਨੇ, ਜਿਵੇਂ ਅੱਜ ਦੇ ਟਾਈਮ ਦੇ ਵਿੱਚ, ਚਾਹੇ ਉਹ ਖਾਣ ਪੀਣ ਨੂੰ ਲੈ ਕੇ ਹੋਵੇ ਜਾਂ ਕਿਸੇ ਵੀ ਚੀਜ਼ ਨੂੰ ਲੈ ਕੇ ਹੋਵੇ, ਪੈਰਾਲਾਈਜ਼ ਦਾ ਅਟੈਕ ਆ ਜਾਂਦਾ, ਸਪਾਈਨ ਦੇ ਵਿੱਚ ਦਿੱਕਤ ਆਉਂਦੀ ਹੈ, ਜਿਹਨੂੰ ਆਪਾਂ ਰੀੜ੍ਹ ਦੀ ਹੱਡੀ ਦੇ ਵਿੱਚ ਅਟੈਕ ਆਣਾ ਕਹਿੰਦੇ ਆ ਕਿ ਥੱਲੇ ਵਾਲਾ ਪੋਰਸ਼ਨ ਚੱਲਣਾ ਬੰਦ ਹੋ ਚੁੱਕਿਆ, ਲੱਤਾਂ ਪੈਰਾਂ ਦੇ ਵਿੱਚ ਜਾਨ ਨਹੀਂ ਰਹੀ, ਉਹ ਅਟੈਕ ਆ ਜਾਂਦੇ ਨੇ। ਕਿਉਂ ਇਨਸਾਨ ਅਟੈਕ ਆਉਣ ਦੀ ਵੇਟ ਕਰਦਾ ਹੈ, ਕਿਉਂ ਪਹਿਲਾਂ ਧਿਆਨ ਨਹੀਂ ਦਿੰਦਾ, ਕੀ ਲੱਛਣ ਰਹਿੰਦੇ ਨੇ, ਕਿਵੇਂ ਦੇਖਭਾਲ ਕਰਨੀ ਚਾਹੀਦੀ ਆ? ਸਭ ਤੋਂ ਵੱਡਾ ਸਵਾਲ, ਆਪਰੇਟ ਕਰਾਉਣਾ ਚਾਹੀਦਾ ਜਾਂ ਨਹੀਂ ਚਾਹੀਦਾ? ਸਾਰੀ ਗੱਲਬਾਤ ਕਰਾਂਗੇ ਅੱਜ। ਸਾਡਾ ਨਿਊਰੋ ਸਰਜਨ ਐਂਡ ਸਪਾਈਨ ਸਪੈਸ਼ਲਿਸਟ ਡਾਕਟਰ ਸਾਡੇ ਨਾਲ ਡਾਕਟਰ ਸਤਵਿੰਦਰ ਸਿੰਘ ਜੀ ਹੋਣਗੇ। ਸਾਰੀ ਗੱਲਬਾਤ ਕਰਦੇ ਹਾਂ ਉਹਨਾਂ ਨਾਲ, ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ? ਸਤਿ ਸ਼੍ਰੀ ਅਕਾਲ ਸਰ। ਡਾਕਟਰ ਸਾਹਿਬ, ਮੈਂ ਸ਼ੁਰੂਆਤ ਦੇ ਵਿੱਚ ਗੱਲ ਆਖੀ, ਸਭ ਤੋਂ ਵੱਡੀ ਦੌਲਤ ਸਰੀਰ। ਬਿਲਕੁਲ ਸਹੀ ਹੈ। ਇਨਸਾਨ ਕੋਲ ਸਮਾਂ ਨਹੀਂ ਹੈ ਉਸ ਨੂੰ ਸਾਂਭਣ ਦਾ। ਬਾਕੀ ਕਾਰਾਂ ਦੀ ਸਰਵਿਸ ਕਰਾ ਲੂਗਾ, ਮੋਟਰਸਾਈਕਲਾਂ ਦੀ ਸਰਵਿਸ ਕਰਾ ਲੂਗਾ, ਹਰੇਕ ਚੀਜ਼ ਦਾ ਧਿਆਨ ਰੱਖ ਲੂ, AC ਲਵਾ ਲੂ, ਬੈੱਡ ਲੈ ਲੂ, ਵਧੀਆ ਗੱਦੇ ਲੈ ਲੂ, ਪਰ ਸਰੀਰ ਦੇ ਵਿੱਚ ਕੰਪਰੋਮਾਈਜ਼ ਕਰ ਜਾਂਦਾ। ਕਿਉਂ? ਬਿਲਕੁਲ ਸਰ, ਬਿਲਕੁਲ ਸਹੀ ਗੱਲ ਹੈ ਸਰ ਤੁਹਾਡੀ। ਸਰ ਆਪਾਂ ਬੇਸਿਕਲੀ ਜਿਵੇਂ ਆਪਾਂ ਸੋਚਦੇ ਹਾਂ ਆਪਣਾ ਇਨਸਾਨ ਹੈ, ਆਪਾਂ ਜੋ 20-25 ਸਾਲ ਦੀ ਉਮਰ ਦੇ ਵਿੱਚ ਜਿਵੇਂ ਜੋ ਆਪਣਾ ਸਰੀਰ ਹੈ, ਜਿਵੇਂ ਆਪਣੀ ਬੋਡੀ ਅੱਜ ਫੰਕਸ਼ਨਿੰਗ ਕਰ ਰਹੀ ਹੈ, ਆਪਾਂ ਨੂੰ ਲੱਗਦਾ ਕਿ ਜਦੋਂ 40-45 ਸਾਲ ਦੀ ਉਮਰ ਕ੍ਰਾਸ ਹੋ ਗਈ, 50 ਸਾਲ ਦੀ ਉਮਰ ਕ੍ਰਾਸ ਹੋ ਗਈ, ਕਿ ਅੱਜ ਵੀ ਆਪਾਂ ਉਵੇਂ ਦੇ ਹੀ ਹਾਂ। ਲੋਕਾਂ ਨੂੰ ਲੱਗਦਾ ਅੱਜ ਵੀ ਅਸੀਂ ਨਵੇਂ ਨਿਰੋਏ ਹਾਂ। ਬੇਸਿਕਲੀ ਪ੍ਰੋਬਲਮ ਉਦੋਂ ਆਉਂਦੀ ਹੈ ਕਿ ਜਦੋਂ ਆਪਣੀ ਉਮਰ ਵੱਧਦੀ ਹੈ ਪਰ ਆਪਣੇ ਕੰਮ ਦਾ ਲੈਵਲ ਉਨਾ ਹੀ ਰਹਿੰਦਾ ਹੈ।
ਆਪਾਂ ਨੂੰ ਇਹ ਗੱਲ ਸਮਝ ਨਹੀਂ ਪੈਂਦੀ ਕਿ ਜਿਵੇਂ ਜਿਵੇਂ ਆਪਣੀ ਉਮਰ ਵੱਧ ਰਹੀ ਹੈ ਆਪਣੀ ਹੱਡੀਆਂ ਨੇ ਵੀ ਕਮਜ਼ੋਰ ਹੋਣਾ, ਆਪਣੀ ਮਾਸਪੇਸ਼ੀਆਂ ਨੇ ਵੀ ਕਮਜ਼ੋਰ ਹੋਣਾ ਹੈ। ਆਪਾਂ ਨੂੰ ਕੁਝ ਹਰਕਤਾਂ, ਕੁਝ ਕੰਮ ਦੇ ਲੈਵਲ ਨੂੰ ਘਟਾਉਣਾ ਵੀ ਪਊਗਾ, ਕੁਝ ਚੀਜ਼ਾਂ ਦਾ ਪਰਹੇਜ਼ ਵੀ ਰੱਖਣਾ ਪਊਗਾ, ਕਿਤੇ ਨਾ ਕਿਤੇ ਆਪਣੇ ਆਪ ਨੂੰ ਸਟਾਪ ਕਰਨਾ ਪਊਗਾ ਜੀ। ਪਰ ਫਿਰ ਇੱਕ ਗੱਲ ਇਹ ਆ ਜਾਂਦੀ ਹੈ ਕਿ ਮੰਨ ਲਓ ਕਿਸੇ ਨੂੰ ਪੈਰਾਲਾਈਜ਼ ਦਾ ਅਟੈਕ ਆ ਗਿਆ, ਪਹਿਲਾਂ ਤਾਂ ਉਹਨਾਂ ਨੂੰ ਪਤਾ ਨਹੀਂ ਚੱਲਣਾ। ਅਗਲਾ ਕਹਿੰਦਾ ਕਿ ਮੇਰਾ ਮੰਨ ਲਓ ਕੋਈ ਹੱਥ ਸੁੰਨ ਹੋਣ ਲੱਗ ਗਿਆ, ਲੱਤਾਂ ਸੁੰਨ ਹੋ ਰਹੀਆਂ, ਸੂਈਆਂ ਲੱਗ ਰਹੀਆਂ ਨੇ ਮੇਰੇ ਪੈਰਾਂ ਦੇ ਵਿੱਚ, ਕੀੜੀਆਂ ਜਿਹੀਆਂ ਲੜ ਰਹੀਆਂ ਨੇ, ਜਿਵੇਂ ਆਮ ਭਾਸ਼ਾ ਦੇ ਵਿੱਚ ਗੱਲ ਕਰਾਂ, ਇਹਨੂੰ ਅਣਗੌਲਾ ਕਰਦਾ ਹੈ। ਹਾਂਜੀ, ਸਾਲ, 1.5 ਸਾਲ, 2 ਸਾਲ ਚੱਲਦਾ ਹੈ, ਉਸ ਤੋਂ ਬਾਅਦ ਉਹਨੂੰ ਇੱਕੋ ਦਮ ਅਟੈਕ ਆਉਂਦਾ ਤੇ ਨੀਚੇ ਵਾਲਾ ਪੈਰਾਲਾਈਜ਼ ਹੋ ਜਾਂਦਾ ਹੈ। ਪਹਿਲਾਂ ਇਹੀ ਲੱਛਣ ਹੁੰਦੇ ਨੇ ਕਿ ਹੋਰ ਵੀ ਲੱਛਣ ਹੁੰਦੇ ਨੇ? ਤੁਸੀਂ ਬਿਲਕੁਲ ਸਹੀ ਗੱਲ ਕਹੀ ਹੈ। ਇਹ ਜਿਹੜੇ ਲੱਛਣ ਹੁੰਦੇ ਨੇ ਨਾ, ਇਹ ਸ਼ੁਰੂਆਤ ਦੇ ਵਿੱਚ ਆਉਂਦੇ ਨੇ, ਪਰ ਆਪਾਂ ਇਸ ਨੂੰ ਇਗਨੋਰ ਕਰਦੇ ਹਾਂ। ਸੋ ਆਪਾਂ ਸਟਾਰਟ ਕਰਦੇ ਹਾਂ, ਪਹਿਲਾਂ ਮੈਂ ਦੱਸਦਾ ਤੁਹਾਨੂੰ ਇਸ ਦੇ ਲੱਛਣ ਕੀ ਹੁੰਦੇ ਨੇ। ਸਰ ਦੇਖੋ, ਜਿਸ ਨੂੰ ਆਪਾਂ ਕਹਿ ਦਿੰਦੇ ਆ ਆਮ ਭਾਸ਼ਾ ਦੇ ਵਿੱਚ ਪੰਜਾਬੀ 'ਚ ਜਿਹਨੂੰ ਕਹਿੰਦੇ ਨੇ ਆਪਾਂ ਸ਼ਿਆਟਿਕਾ ਹੈ। ਸਰ ਹੈ ਕੀ ਹੈ ਸ਼ਿਆਟਿਕਾ ਦੀ ਪ੍ਰੋਬਲਮ? ਹੈ ਕੀ ਹੈ ਸਰ? ਜਦੋਂ ਵੀ ਆਪਣੇ ਪੈਰਾਂ ਦੇ ਵਿੱਚ ਕੋਈ ਸੁੰਨਪੁਣਾ, ਕੋਈ ਕੀੜੀਆਂ ਲੜਨ ਲੱਗ ਜਾਣ, ਜਾਂ ਪੈਰ ਦੇ ਵਿੱਚ ਕਮਰ ਤੋਂ ਸ਼ੁਰੂ ਹੋ ਕੇ ਲੱਤ ਤੱਕ ਕੋਈ ਦਰਦ ਜਾਵੇ, ਉਸ ਨੂੰ ਅਸੀਂ ਆਮ ਭਾਸ਼ਾ ਦੇ ਵਿੱਚ ਪੰਜਾਬੀ 'ਚ ਸ਼ਿਆਟਿਕਾ ਕਹਿ ਦਿੰਦੇ ਹੁੰਦੇ ਹਾਂ। ਸਰ ਇਹਦੇ ਕਈ ਕਾਰਨ ਨੇ, ਇਹਦਾ ਕੋਈ ਇੱਕ ਕਾਰਨ ਨਹੀਂ ਹੈ, ਇਹਦੇ ਮਲਟੀਪਲ ਕਾਰਨ ਨੇ। ਸੋ ਜਿਹੜਾ ਮੋਸਟ ਕਾਮਨ ਕਾਰਨ ਹੈ ਉਹ ਕੀ ਹੁੰਦਾ ਕਿ ਆਪਣੀ ਜਿਵੇਂ ਕਹਿੰਦੇ ਸਲਿਪ ਡਿਸਕ, ਜਿਹਨੂੰ ਆਪਾਂ ਆਮ ਕਹਿੰਦੇ ਨੇ ਕਿ ਡਿਸਕ ਆਪਣੀ ਹਿੱਲ ਗਈ। ਸੋ ਪਹਿਲਾ ਕਾਮਨ ਕਾਰਨ ਹੈ ਇਹਦਾ ਸਲਿਪ ਡਿਸਕ। ਨੰਬਰ 2 ਕਾਰਨ ਕੀ ਹੈ ਕਿ ਸਰ ਕੋਈ ਮਰੀਜ਼ ਹੈ, ਕੋਈ ਸੱਟ ਲੱਗ ਗਈ, ਕੋਈ ਟਰੋਮਾ ਹੋ ਗਿਆ, ਮਣਕਾ ਉਤਰਨਾ, ਅਸੀਂ ਇੰਗਲਿਸ਼ 'ਚ ਇਹਨੂੰ ਲਿਸਥੀਸਿਸ ਕਹਿ ਦਿੰਦੇ ਹਾਂ, ਪੰਜਾਬੀ 'ਚ ਇਹਨੂੰ ਕਹਿੰਦੇ ਮਣਕਾ ਉਤਰਨਾ, ਕਿ ਗਿਰਨ ਕਰਕੇ ਮਣਕਾ ਅੱਗੇ ਸਲਿਪ ਹੋ ਗਿਆ। ਤੀਜਾ ਕਾਰਨ ਕੀ ਆ ਜਾਂਦਾ ਸਰ, ਕੋਈ ਜਿਵੇਂ ਟੀਬੀ ਦੀ ਸ਼ਿਕਾਇਤ ਹੈ। ਸਰ ਆਪਣੇ ਇੰਡੀਆ ਦੇ ਵਿੱਚ ਟੀਬੀ ਦੀ ਸ਼ਿਕਾਇਤ ਬਹੁਤ ਜ਼ਿਆਦਾ ਕਾਮਨ ਹੈ ਤੇ ਬਹੁਤ ਜ਼ਿਆਦਾ ਇਗਨੋਰਡ ਹੈ। ਆਪਾਂ ਸਰ ਪੇਸ਼ੈਂਟ ਹੁੰਦੇ ਨੇ 2-2, 4-4, 6-6 ਮਹੀਨੇ ਤੱਕ ਆਪਾਂ ਨੂੰ ਦਰਦ ਰਹਿੰਦਾ ਤੇ ਆਪਾਂ ਉਸ ਨੂੰ ਇਗਨੋਰ ਕਰ ਦਿੰਦੇ ਹਾਂ। ਉਹ ਹੌਲੀ ਸਰ ਟੀਬੀ ਦੀ ਪ੍ਰੋਬਲਮ ਵੱਧਦੀ ਰਹਿੰਦੀ ਹੈ। ਤੀਜਾ ਕਾਰਨ ਟੀਬੀ ਹੋ ਗਿਆ। ਚੌਥਾ ਕਾਰਨ ਸਰ ਹੋ ਗਿਆ ਕਿ ਆਪਣੀ ਜਿਵੇਂ ਉਮਰ ਵੱਧਦੀ ਹੈ, 40-45 ਸਾਲ ਦੀ ਉਮਰ ਤੋਂ ਬਾਅਦ ਹੱਡੀਆਂ ਦੇ ਵਿੱਚ ਕੈਲਸ਼ੀਅਮ ਖਤਮ ਹੋਣਾ ਸ਼ੁਰੂ ਹੋ ਜਾਂਦਾ ਹੈ। ਉਹਨੂੰ ਆਪਾਂ ਕਹਿੰਦੇ ਨੇ ਆਸਟੀਓਪੋਰੋਸਿਸ, ਕਿ ਹੱਡੀਆਂ ਆਪਣੀਆਂ ਕਮਜ਼ੋਰ ਹੋਣਾ ਸ਼ੁਰੂ ਹੋ ਗਈਆਂ। ਸੋ ਉਹ ਇੱਕ ਕਾਰਨ ਹੈ ਕਮਰ ਦਰਦ ਦਾ, ਕੰਟੀਨਿਊਸਲੀ ਕਮਰ ਦਰਦ ਰਹਿੰਦਾ ਉਹਦੇ ਨਾਲ। ਫਿਰ ਸਰ ਟਿਊਮਰ ਹੋ ਗਿਆ, ਕੋਈ ਸਪਾਈਨ ਦਾ ਟਿਊਮਰ ਹੋ ਗਿਆ, ਜਾਂ ਸਰੀਰ ਦੇ ਵਿੱਚ ਕਿਤੇ ਵੀ ਕੋਈ ਵੀ ਟਿਊਮਰ ਹੈ ਜਾਂ ਕੋਈ ਰਸੌਲੀ ਹੈ, ਉਹ ਚੱਲ ਕੇ ਜਿਹਨੂੰ ਆਪਾਂ ਕਹਿੰਦੇ ਨੇ ਸਟੇਜ 4 ਹੋ ਗਿਆ, ਉਹ ਚੱਲ ਕੇ ਰੀੜ੍ਹ ਦੀ ਹੱਡੀ 'ਚ ਵੀ ਆ ਜਾਂਦਾ। ਕਿੰਨੀਆਂ ਸਟੇਜਾਂ ਹੁੰਦੀਆਂ ਨੇ ਇਹਦੀਆਂ ਸਰ ਬੇਸਿਕਲੀ ਟਿਊਮਰ ਦੀਆਂ ਤਾਂ 4 ਸਟੇਜਾਂ ਹੁੰਦੀਆਂ ਸਰ। ਜਦੋਂ ਸਟੇਜ 4 ਹੋ ਜਾਂਦੀ ਹੈ, ਉਹ ਰੀੜ੍ਹ ਦੀ ਹੱਡੀ ਦੇ ਵਿੱਚ ਆ ਜਾਂਦੀ ਹੈ, ਉਹ ਰੀੜ੍ਹ ਦੀ ਹੱਡੀ ਦੇ ਵਿੱਚ। ਸੋ ਉਹਦੇ ਕਰਕੇ ਕਈ ਮਰੀਜ਼ ਸਾਡੇ ਕੋਲ ਇਹੋ ਜਿਹੇ ਆਉਂਦੇ ਨੇ, ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਹਨਾਂ ਨੂੰ ਕੋਈ ਟਿਊਮਰ ਹੈ, ਉਹ ਸਿਰਫ ਕਮਰ ਦਰਦ ਕਰਕੇ ਸਾਡੇ ਕੋਲ ਆਉਂਦੇ ਨੇ, ਤੇ ਜਦੋਂ ਅਸੀਂ ਟੈਸਟ ਕਰਾਉਂਦੇ ਉਹਦੇ ਵਿੱਚ ਟਿਊਮਰ ਕਿਤੇ ਹੋਰ ਨਿਕਲਦਾ। ਸੋ ਇਹ ਸਾਰੇ ਲੱਛਣ ਨੇ। ਮਤਲਬ ਕਹਿਣ ਦਾ ਭਾਵ ਇਹ ਹੈ ਕਿ ਸ਼ੁਰੂਆਤੀ ਸਟੇਜ ਦੇ ਵਿੱਚ ਜੇ ਕਿਸੇ ਵੀ ਮਰੀਜ਼ ਨੂੰ ਕੋਈ ਪੈਰ ਸੌਂਦੇ ਨੇ ਜਾਂ ਉਹਦੇ ਹੱਥ ਸੌਂਦੇ ਨੇ ਜਾਂ ਉਹਦੇ ਦਰਦ ਰਹਿੰਦਾ ਹੈ ਲੰਬੇ ਟਾਈਮ ਤੱਕ, 6 ਹਫ਼ਤੇ ਤੋਂ ਜ਼ਿਆਦਾ, ਜੇ ਕਿਸੇ ਵੀ ਮਰੀਜ਼ ਨੂੰ ਲੰਬਾ ਦਰਦ ਰਹਿੰਦਾ ਹੈ ਤਾਂ ਪਲੀਜ਼ ਆਪਣੇ ਡਾਕਟਰ ਨੂੰ ਜ਼ਰੂਰ ਦਿਖਾਓ, ਉਹਨੂੰ ਪ੍ਰੋਪਰ ਇਵੈਲੂਏਟ ਕਰਾਓ, ਤਾਂ ਹੀ ਅਸੀਂ ਉਹਨੂੰ ਜਲਦੀ ਟਾਈਮ ਨਾਲ ਫੜ ਸਕਦੇ ਹਾਂ। ਮੈਂ ਇੱਕ ਹੋਰ ਗੱਲ ਆਖ ਰਿਹਾ ਸੀ, ਇੰਟਰੋ ਦੇ ਵਿੱਚ ਵੀ ਇਹ ਗੱਲ ਮੈਂ ਕਹੀ ਸ਼ੁਰੂਆਤ ਦੇ ਵਿੱਚ। ਮੰਨ ਲਓ ਪਤਾ ਲੱਗ ਗਿਆ ਬਿਮਾਰੀ ਦਾ, ਹਾਂਜੀ, ਮੰਨ ਲਓ ਰੱਬ ਨਾ ਕਰੇ ਪਹਿਲਾਂ ਤਾਂ ਕੋਈ ਐਸੀ ਸਿਚੁਏਸ਼ਨ ਆਵੇ ਕਿ ਕਿਸੇ ਨੂੰ ਪੈਰਾਲਾਈਜ਼ ਦਾ ਜਿਹੜਾ ਆ ਉਹਦਾ ਹੱਡ ਪੈਰ ਖੜ ਜਾਣ, ਜੇ ਇਨ ਕੇਸ ਉਹਨਾਂ ਨੂੰ ਆਈ ਹੋਈ ਹੈ ਇਹ ਦਿੱਕਤ, ਕੋਈ ਕਹਿੰਦਾ ਕਿ ਮੈਂ ਆਪਰੇਟ ਕਰਾ ਲਓ, ਮੰਨ ਲਓ ਡਾਕਟਰ ਨੇ ਕਹਿਤਾ, ਸੁਜੈਸਟ ਕਰਤਾ ਕਿ ਤੁਹਾਡਾ ਆਪਰੇਟ ਹੋਊਗਾ, ਆਫਟਰ ਦੈਟ ਯੂ ਕੈਨ ਵਾਕ ਈਜ਼ੀਲੀ, ਤੁਸੀਂ ਆਰਾਮ ਨਾਲ ਚੱਲ ਫਿਰ ਸਕਦੇ ਹੋ। ਇਹਦੇ ਵਿੱਚ ਪਹਿਲਾਂ ਮੈਂ ਇਹ ਪੁੱਛੂੰਗਾ ਕਿ ਆਪਰੇਟ ਕਰਾਉਣ ਨਾਲ ਬੰਦਾ ਕਿੰਨੇ % ਚਾਂਸ ਨੇ ਕਿ ਉਹ ਆਪਣੇ ਪੈਰਾਂ ਤੇ ਫੇਰ ਦੁਬਾਰਾ ਚੱਲ ਸਕਦਾ? ਸਰ ਇਹ ਡਿਪੈਂਡ ਕਰਦਾ ਪੇਸ਼ੈਂਟ ਸਾਡੇ ਕੋਲ ਕਿਸ ਸਟੇਜ 'ਚ ਆ ਰਿਹਾ। ਜੇ ਸਰ ਤੁਸੀਂ ਅਰਲੀ ਸਟੇਜ 'ਚ ਆਉਂਦੇ ਹੋ, ਟਾਈਮ ਰਹਿੰਦੇ ਸਾਡੇ ਕੋਲ ਆਉਂਦੇ ਹੋ, ਹਜੇ ਪ੍ਰੋਬਲਮ ਇੰਨੀ ਜ਼ਿਆਦਾ ਨਹੀਂ ਹੈਗੀ, ਹਜੇ ਨਸਾਂ ਦੇ ਦਬਾਅ ਇੰਨਾ ਜ਼ਿਆਦਾ ਨਹੀਂ ਆ ਰਿਹਾ, ਹਜੇ ਤੁਹਾਡਾ ਪੈਰ ਪ੍ਰੋਪਰ ਕੰਮ ਕਰ ਪਾ ਰਿਹਾ, ਤੁਹਾਡਾ ਹਜੇ ਲੈਟਰਿਨ ਪਿਸ਼ਾਬ ਦਾ ਕੰਟਰੋਲ, ਜੋ ਕਿ ਬਹੁਤ ਵੱਡੀ ਗੱਲ ਹੈ, ਜੇ ਤੁਹਾਡਾ ਹਜੇ ਤੱਕ ਇੰਟੈਕਟ ਹੈ ਸਰ, ਫਿਰ ਮੋਰ ਦੈਨ 95% ਸਕਸੈਸ ਰੇਟ ਹੈ। ਅੱਛਾ, 95% ਤੋਂ ਜ਼ਿਆਦਾ ਸਕਸੈਸ ਰੇਟ ਹੈ ਸਰ। ਕੰਪਲਿਕੇਸ਼ਨ ਰੇਟ ਓਨਲੀ 2 to 3% ਹੈ ਸਰ। ਇਹ ਆਪਾਂ ਲੋਕਾਂ ਨੂੰ ਲੱਗਦਾ ਕਿ ਆਪਾਂ ਸੁਣ ਲਈ ਕਿਸੇ ਦੀ ਗੱਲ ਕਿ ਨਾ ਜੀ ਨਾ ਆਪਰੇਸ਼ਨ ਨਹੀਂ ਕਰਾਉਣਾ, ਮੈਂ ਬੈੱਡ ਤੇ ਪੈ ਜਾਊਂਗਾ, ਮੈਂ ਮੰਜੇ ਤੇ ਪੈ ਜਾਵਾਂਗਾ, ਜੋ ਆਪਾਂ ਆਸੇ-ਪਾਸੇ ਦੇਖਦੇ ਵੀ ਹਾਂ ਕਿ ਉਹ ਚੀਜ਼ ਸਰ ਇਹੋ ਜਿਹਾ ਬਿਲਕੁਲ ਕੁਝ ਨਹੀਂ ਹੈ। ਅੱਜ ਦੇ ਟਾਈਮ 'ਚ ਟੈਕਨੋਲੋਜੀ ਇੰਨੀ ਐਡਵਾਂਸ ਹੋ ਚੁੱਕੀ ਹੈ, ਅਸੀਂ ਸਰ ਸਰਜਰੀ ਕਰਦੇ ਹਾਂ, ਸਾਡੇ ਕੋਲ ਦੂਰਬੀਨਾਂ ਨੇ, ਸਾਡੇ ਕੋਲ ਮਾਈਕਰੋਸਕੋਪ ਨੇ, ਸਾਡੇ ਕੋਲ ਇੱਕ ਮਸ਼ੀਨ ਹੁੰਦੀ ਉਹਨੂੰ ਅਸੀਂ ਸੀਐਮ ਕਹਿੰਦੇ ਹਾਂ, ਸਾਰਾ ਕੁਝ ਐਕਸਰੇ 'ਚ ਅਸੀਂ ਦੇਖ ਕੇ ਕਰਦੇ ਹਾਂ। ਮਤਲਬ ਟੈਕਨੋਲੋਜੀ ਪਹਿਲਾਂ ਤੋਂ ਜੇ 15 ਸਾਲ ਪਹਿਲਾਂ ਕੰਪੇਅਰ ਕਰੀਏ, ਅੱਜ ਇੰਨੀ ਐਡਵਾਂਸ ਹੋ ਚੁੱਕੀ ਹੈ ਕਿ ਸਰਜਰੀ ਮੋਰ ਦੈਨ 95% ਸਕਸੈਸਫੁਲ ਰਹਿੰਦੀ ਹੈ। ਪਰ ਫਿਰ ਵੀ ਲੋਕਾਂ ਦੇ ਮਨਾਂ ਦੇ ਵਿੱਚ ਡਰ ਕਿਉਂ ਹੈ? ਜਿਵੇਂ ਮੰਨ ਲਓ ਮੈਂ ਕਿਸੇ ਦੋਸਤ ਨਾਲ ਗੱਲ ਕਰ ਲਈ ਜਾਂ ਕਿਸੇ ਪਰਿਵਾਰ ਮੈਂ ਕਿਹਾ ਮੈਂਬਰ ਨਾਲ ਗੱਲ ਕਰ ਲਈ, ਗੁਆਂਢੀ ਨਾਲ ਵੀ ਗੱਲ ਕਰ ਲਈ, ਤਾਂ ਉਹਨਾਂ ਨੇ ਪਹਿਲਾ ਜਵਾਬ ਇਹ ਕਹਿ ਦੇਣਾ, ਨਹੀਂ ਯਾਰ ਕਰਵਾਈ ਨਾ, ਸਰੀਰ ਖਰਾਬ ਹੋ ਜਾਊਗਾ। ਬਿਲਕੁਲ ਸਹੀ ਗੱਲ ਹੈ ਸਰ, ਕਿਉਂਕਿ ਲੋਕ ਜਦੋਂ ਸਾਡੇ ਕੋਲ ਆਉਂਦੇ ਨੇ ਨਾ ਸਰ, ਸਾਡੇ ਕੋਲ ਅਰਲੀ ਸਟੇਜ ਤੇ ਵੀ ਲੋਕ ਆਉਂਦੇ ਨੇ, ਪਰ ਜਦੋਂ ਅਸੀਂ ਉਹਨਾਂ ਨੂੰ ਐਡਵਾਈਸ ਕਰਦੇ ਹਾਂ ਉਹ ਕਹਿੰਦੇ ਨਾ ਆਪਰੇਸ਼ਨ ਨਹੀਂ ਕਰਾਉਣਾ। ਸਰ ਲੋਕ ਜਦੋਂ ਐਂਡ ਸਟੇਜ ਤੇ ਆ ਕੇ ਆਪਰੇਟ ਕਰਾਉਂਦੇ ਆ ਸਰ, ਦੇਖੋ ਆਪਣੇ ਸਰੀਰ 'ਚ ਨਸਾਂ ਨੇ ਸਾਰੀਆਂ, ਜਦੋਂ ਬੱਚਾ ਜੰਮਦਾ ਨਸ ਸਿਰਫ ਇੱਕ ਵਾਰ ਬਣਦੀ ਹੈ। ਹਜੇ ਤੱਕ ਸਾਇੰਸ ਨੇ ਇੰਨੀ ਤਰੱਕੀ ਨਹੀਂ ਕੀਤੀ ਕਿ ਅਸੀਂ ਨਸ ਦੁਬਾਰਾ ਬਣਾ ਸਕੀਏ। ਜੇ ਸਾਡੇ ਕੋਲ ਮਰੀਜ਼ ਆਹੀ ਉਸ ਸਟੇਜ ਤੇ ਰਿਹਾ ਜਦੋਂ ਨਸ ਪੂਰੀ ਖਰਾਬ ਹੋ ਚੁੱਕੀ ਹੈ, ਉਹਦੇ ਪੈਰ ਪੂਰਾ ਕੰਮ ਕਰਨਾ ਬੰਦ ਕਰ ਚੁੱਕੇ ਹੈ, ਲੈਟਰਿਨ ਪਿਸ਼ਾਬ ਦਾ ਕੰਟਰੋਲ ਕਰ, ਉਸ ਤੋਂ ਬਾਅਦ ਸਰ ਰਿਜ਼ਲਟ ਆ ਹੀ ਨਹੀਂ ਸਕਦਾ, ਕਿਉਂਕਿ ਜੋ ਚੀਜ਼ ਡੈਮੇਜ ਹੋ ਚੁੱਕੀ ਹੈ ਉਹ ਦੁਬਾਰਾ ਨਹੀਂ ਬਣ ਸਕਦੀ। ਸੋ ਆਪਾਂ ਨੂੰ ਨਸ ਖਰਾਬ ਹੋਣ ਤੋਂ ਪਹਿਲਾਂ ਆਪਰੇਟ ਕਰਨਾ ਹੈ। ਜੋ ਸ਼ੁਰੂਆਤੀ ਲੱਛਣਾਂ 'ਚ ਆਪਾਂ ਨੂੰ ਪਤਾ ਲੱਗ ਗਿਆ, ਉਸ ਨੂੰ ਪਹਿਲਾਂ ਟਾਈਮ ਰਹਿੰਦੇ ਹੀ ਆਪਰੇਟ ਕਰਾਓ, ਤਾਂ ਹੀ ਰਿਜ਼ਲਟ ਆਉਣ ਦਾ ਫਾਇਦਾ ਹੈ।
ਤਾਂ ਹੀ ਫਾਇਦਾ ਹੈ। ਜਦੋਂ ਨਸ ਖਰਾਬ ਹੋ ਗਈ, ਡੈਮੇਜ ਹੋ ਗਈ ਸਰ, ਫਿਰ ਸਰਜਰੀ ਦਾ ਫਿਰ ਸਿਰਫ ਪੇਨ ਰਿਲੀਫ ਵਾਸਤੇ ਸਰਜਰੀ ਕਰਦੇ ਹਾਂ ਅਸੀਂ, ਤਾਂ ਕਿ ਮਰੀਜ਼ ਦਾ ਪੇਨ ਖਤਮ ਹੋ ਜਾਏ। ਪਰ ਇਹਦੇ ਵਿੱਚ ਜਿਵੇਂ ਮੰਨ ਲਓ 40-45 ਸਾਲ ਉਮਰ ਤੱਕ ਠੀਕ ਹੈ, ਤੁਸੀਂ ਕਿਹਾ ਕਿ 40-45 ਸਾਲ ਤੋਂ ਉਮਰ ਤੋਂ ਬਾਅਦ ਜਿਹੜੀਆਂ ਹੱਡੀਆਂ ਦੇ ਵਿੱਚ ਵਿਟਾਮਿਨਾਂ ਦੀ ਕਮੀ ਹੋਣੀ ਸ਼ੁਰੂ ਹੋ ਜਾਂਦੀ ਹੈ। ਹਾਂਜੀ। ਪਰ ਜਿਵੇਂ ਮੰਨ ਲਓ ਇਹ ਅਟੈਕ ਕਈਆਂ ਨੂੰ 55 ਸਾਲ ਦੇ ਨੇ, ਕੋਈ 60 ਸਾਲ ਦੇ ਨੇ, ਕੋਈ 65 ਸਾਲ ਦੇ ਨੇ, ਇਹ ਕਿੰਨਾ ਕੁ ਸਕਸੈਸਫੁਲ ਹੈ? ਤੁਸੀਂ 50-55 ਦੀ ਗੱਲ ਕਰਨ ਸਰ, ਸਾਡੇ ਕੋਲ ਅੱਜ ਕੱਲ 22-22 23-23 ਸਾਲ ਦੇ ਬੱਚੇ ਸਰ ਸਾਡੇ ਕੋਲ ਕੈਨੇਡਾ ਦੇ ਇੰਨੇ ਬੱਚੇ ਸਟੂਡੈਂਟਸ ਆਉਂਦੇ ਨੇ ਜੋ ਕਿ ਬਾਹਰ ਜਾ ਕੇ ਹੈਵੀ ਕੰਮ ਕਰਦੇ ਨੇ, ਉਹ ਸਾਡੇ ਕੋਲ ਇੰਡੀਆ 'ਚ ਆ ਕੇ ਟ੍ਰੀਟਮੈਂਟ ਚਲਾ ਰਹੇ ਨੇ ਸਰ। ਯੂ ਵੋਂਟ ਬਿਲੀਵ ਸਰ, 22-22 23-23 ਸਾਲ ਦੇ ਬੱਚੇ ਸਾਡੇ ਸਰ, ਮੈਂ ਯੰਗੈਸਟ ਇੱਕ 16 ਸਾਲ ਦੀ ਬੱਚੀ ਦਾ ਆਪਰੇਟ ਕੀਤਾ ਹੈ, ਜਿਹਦਾ ਪੈਰ ਡਿਸਕ ਏਡੀ ਵੱਡੀ ਪ੍ਰੋਬਲਮ 16 ਸਾਲ ਦੀ ਬੱਚੀ ਦਾ ਆਪਰੇਟ ਕੀਤਾ ਸਰ। ਉਹਦਾ ਪੈਰ ਕੰਮ ਕਰਨਾ ਬਿਲਕੁਲ ਬੰਦ ਕਰ ਗਿਆ ਸੀਗਾ ਸਰ। ਉਹ ਇੰਨੀ ਲੇਟ ਸਟੇਜ, ਜਦ ਕਿ ਉਸ ਬੱਚੀ ਨੂੰ ਪ੍ਰੋਬਲਮ 2 ਸਾਲ ਤੋਂ ਸੀ। ਸੋ ਘਰ ਦੇ ਬਸ ਉਹੀ ਆਪਾਂ ਇੱਧਰ ਉੱਧਰ ਦਵਾਈਆਂ ਲੈਂਦੇ ਰਹੇ, ਵੈਦ ਹਕੀਮਾਂ ਦੇ ਕੋਲ ਚੇਪੀਆਂ ਲਵਾ ਲਏ, ਉਹ ਲਵਾ ਲਏ, ਉਹ ਕਸਰਤਾਂ ਕਰਦੇ ਰਹੇ, ਬਟ ਮੇਨ ਚੀਜ਼ ਨੂੰ ਇਗਨੋਰ ਕਰਦੇ ਰਹੇ। ਤੋ ਜਦੋਂ ਬੱਚੀ ਸਾਡੇ ਕੋਲ ਆਈ, ਉਹਦਾ ਬੱਚੀ ਦਾ ਪੈਰ ਆਲਰੇਡੀ ਖੜ ਚੁੱਕਿਆ ਸੀਗਾ ਸਰ। ਚਲੋ ਪਰਮਾਤਮਾ ਦੀ ਕਿਰਪਾ ਸੀਗੀ, ਰਿਜ਼ਲਟ ਆਪਰੇਸ਼ਨ ਕਰਕੇ ਉਹਦਾ ਰਿਜ਼ਲਟ ਪੈਰ ਦੁਬਾਰਾ ਚੱਲ ਪਿਆ, ਬਟ ਮੋਸਟਲੀ ਪੈਰ ਨਾਰਮਲੀ ਜਦੋਂ ਨਸ ਖੜ ਜਾਂਦੀ ਹੈ ਤਾਂ ਇੰਨਾ ਅੱਛਾ ਰਿਜ਼ਲਟ ਨਹੀਂ ਆਉਂਦਾ। ਪਰ ਸੋ ਇਹ ਚੀਜ਼ ਆਪਾਂ ਉਹ ਚੀਜ਼ ਸਹੀ ਰਹੀ, ਕਿਉਂਕਿ ਉਹ ਫਿਰ ਵੀ ਸਾਡੇ ਕੋਲ ਵਿਦਿਨ 3-4 ਦਿਨ ਦੇ ਵਿੱਚ ਆ ਗਏ ਸੀਗੇ। ਸੋ ਇਹ ਵੀ ਬਹੁਤ ਵੱਡੀ ਗੱਲ ਹੈ। ਅਸਲ ਦੇ ਵਿੱਚ ਜਿੰਨੀ ਜਲਦੀ ਆਪਾਂ ਆਪਰੇਟ ਕਰਾਵਾਂਗੇ ਉਨਾ ਅੱਛਾ ਰਿਜ਼ਲਟ ਰਹਿੰਦਾ ਸਰ। ਇਹ ਤਾਂ ਹੈ ਹੀ ਹੈ ਪ੍ਰੋਬਲਮ। ਪਰ ਲੋਕਾਂ ਦੇ ਮੈਂ ਬਿਲਕੁਲ ਫਰੈਂਕਲੀ ਪੁੱਛੂੰਗਾ, ਲੋਕਾਂ ਦੇ ਮਨ ਦੇ ਵਿੱਚ ਇਹ ਸਵਾਲ ਵੀ ਆਉਂਦਾ ਆ, ਯਾਰ ਇਹਨਾਂ ਨੇ ਪੈਸੇ ਕਮਾਣੇ ਆ, ਬਿਲਕੁਲ ਸਰ, ਯਾਰ ਇਹ ਐਵੇਂ ਚਮਕਾ ਰਹੇ ਨੇ, ਐਵੇਂ ਫਾਲਤੂ ਦਾ ਦਵਾਈਆਂ ਦਾ ਗੱਫਾ ਦਿੰਦੇ ਨੇ, ਉਹਦੇ ਨਾਲ ਡੀਲ ਕੀਤੀ ਹੁੰਦੀ ਆ, ਫਲਾਣੇ ਨਾਲ ਡੀਲ ਕੀਤੀ ਹੁੰਦੀ ਆ, ਇਹ ਦਿਮਾਗ ਦੇ ਵਿੱਚ ਗੱਲ ਆਉਂਦੀ ਹੈ। ਨਹੀਂ ਸਰ, ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ, ਕਿਉਂਕਿ ਸਾਡੇ ਕੋਲ ਅਸੀਂ ਡੀਲ ਕਰਦੇ ਰੋਜ਼, ਅਸੀਂ ਚੀਜ਼ਾਂ ਦੇਖਦੇ ਹਾਂ ਸਰ। ਦੇਖੋ ਇੱਕ ਆਪਣੀ ਸੁਸਾਇਟੀ ਦੀ ਨਾ ਸਰ, ਇੱਕ ਇਸ 'ਚ ਮੈਂ ਸੁਸਾਇਟੀ ਦੀ ਗਲਤੀ ਵੀ ਨਹੀਂ ਕਹੂੰਗਾ, ਕੁਛ ਸਰ 1-2% ਦੇਖੋ, ਹਰ ਕੋਈ ਵੀ ਪ੍ਰੋਫੈਸ਼ਨ 100% ਸੇਫ ਨਹੀਂ ਹੁੰਦਾ, 100% ਪਾਕ ਨਹੀਂ ਹੁੰਦਾ। ਦੇਖੋ 1-2% ਹਰ ਪ੍ਰੋਫੈਸ਼ਨ ਦੇ ਵਿੱਚ ਕੁਛ ਨਾ ਕੁਛ ਇੱਧਰ ਦੀ ਉੱਧਰ ਚੀਜ਼ਾਂ ਹੁੰਦੀਆਂ ਰਹਿੰਦੀਆਂ ਨੇ, ਆਪਾਂ ਉਸ ਬਾਰੇ ਕਮੈਂਟ ਨਹੀਂ ਕਰਦੇ। ਬਟ ਇਹ ਹੈ ਕਿ ਸਰ ਅੱਜ ਦੇ ਟਾਈਮ 'ਚ ਵੀ ਸਰ 95 ਤੋਂ 98% ਡਾਕਟਰ ਪੂਰੀ ਇਮਾਨਦਾਰੀ ਦੇ ਨਾਲ ਕੰਮ ਕਰਦੇ ਨੇ। ਦੂਜੀ ਗੱਲ ਇਹ ਹੈ ਕਿ ਸਰ ਇਹ ਆਪਾਂ ਨੂੰ ਨਾ, ਜਿਸ ਨੂੰ ਪ੍ਰੋਬਲਮ ਆਉਂਦੀ ਹੈ ਉਸ ਨੂੰ ਪਤਾ ਹੁੰਦਾ ਕਿ ਮੇਰੇ ਕੀ ਪ੍ਰੋਬਲਮ ਆਈ ਹੈ। ਜਦੋਂ ਸਰ ਦੇਖੋ ਤੁਸੀਂ ਹੁਣ ਇੱਕ ਆਮ ਬੈਠੇ ਆ, ਤੁਹਾਨੂੰ ਪ੍ਰੋਬਲਮ ਆ ਗਈ ਸਪਾਈਨ ਦੀ ਪ੍ਰੋਬਲਮ, ਤੁਸੀਂ ਉਸ ਬੰਦੇ ਨੂੰ ਪੁੱਛ ਲਓ ਜਿਹਨੂੰ ਪ੍ਰੋਬਲਮ ਹੀ ਨਹੀਂ ਹੈਗੀ, ਉਹ ਤਾਂ ਤੁਹਾਨੂੰ ਕਹੂਗਾ ਹੀ ਨਾ ਕੁਝ ਨਹੀਂ ਕਰਾਉਣਾ ਹੈਗਾ। ਜਿਹੜੇ ਬੰਦੇ ਨੂੰ ਸਰ ਸਪਾਈਨ ਦੀ ਪ੍ਰੋਬਲਮ ਆਈ ਹੈ, ਜਿਹਦਾ ਆਪਰੇਟ ਹੋਇਆ, ਤੁਸੀਂ ਡਾਇਰੈਕਟਲੀ ਉਹਨੂੰ ਪੁੱਛੋ ਕਿ ਉਹਨੇ ਕਦੋਂ ਆਪਰੇਟ ਕਰਾਇਆ ਸੀ, ਕੀ ਟਾਈਮ ਰਹਿੰਦੇ। ਡਾਕਟਰ ਸਾਹਿਬ ਨੇ ਤੁਹਾਨੂੰ 1-2 ਸਾਲ ਪਹਿਲਾਂ ਦੱਸਿਆ ਸੀ ਸਰ। ਸਾਡੇ ਕੋਲ ਇੰਨੇ ਲੋਕ ਹੈ, ਸਾਨੂੰ ਡਾਕਟਰ ਸਾਹਿਬ ਨੇ 3 ਸਾਲ ਪਹਿਲਾਂ ਆਪਰੇਸ਼ਨ ਕਿਹਾ ਸੀ, ਸਾਨੂੰ 4 ਸਾਲ ਪਹਿਲਾਂ ਦੱਸਿਆ ਸੀ, ਬਟ ਲੋਕ ਕਰਾਉਂਦੇ ਨਹੀਂ। ਤੇ ਜਦੋਂ ਪਾਣੀ ਸਿਰ ਤੋਂ ਬਾਹਰ ਨਿਕਲ ਜਾਂਦਾ ਹੈ, ਜਦੋਂ ਪੈਰ ਕੰਮ ਕਰਨਾ ਬੰਦ ਕਰ ਜਾਂਦਾ ਹੈ, ਉਦੋਂ ਸਰ ਆਪਰੇਟ ਕਰਾਇਆ ਦਾ ਉਹਨਾਂ ਰਿਜ਼ਲਟ ਨਹੀਂ ਆਉਂਦਾ। ਕਿਤੇ ਨਾ ਕਿਤੇ ਲੱਗਦਾ ਕਿ ਸ਼ਾਇਦ ਜਾਣਕਾਰੀ ਦੀ ਕਮੀ ਹੋਣ ਕਰਕੇ ਬਹੁਤ ਪੰਗਾ ਸਰ, ਇਹਦਾ ਇਸ਼ੂ ਹੀ ਲੈਕ ਆਫ ਅਵੇਅਰਨੈਸ ਹੈ। ਲੋਕਾਂ ਨੂੰ ਅਵੇਅਰਨੈਸ ਹੀ ਨਹੀਂ ਹੈ ਇਸ ਚੀਜ਼ ਬਾਰੇ। ਲੋਕਾਂ ਨੂੰ ਲੱਗਦਾ ਕਮਰ ਦਰਦ ਹੈ ਤਾਂ ਮਾੜਾ ਮੋਟਾ ਹੈ। ਸਰ ਕਮਰ ਦਰਦ ਦੇ ਜਿਵੇਂ ਤੁਹਾਨੂੰ ਦੱਸਿਆ ਕਿੰਨੇ ਹੀ ਜ਼ਿਆਦਾ ਕਾਰਨ ਨੇ। ਸੋ ਐਟਲੀਸਟ ਆਪਾਂ ਨੂੰ ਪਤਾ ਤਾਂ ਹੋਣਾ ਚਾਹੀਦਾ ਨਾ ਸਰ। ਜਦੋਂ ਤੁਸੀਂ ਮੰਨੋ ਸਰ, ਜਦੋਂ ਸਾਡੇ ਕੋਲ ਪੇਸ਼ੈਂਟ ਆਉਂਦੇ ਨੇ ਸਰ, 80 ਤੋਂ 90% ਪੇਸ਼ੈਂਟ 'ਚ ਆਪਰੇਸ਼ਨ ਨਹੀਂ ਹੁੰਦਾ। 80 ਤੋਂ 90% ਮਰੀਜ਼ਾਂ ਦੇ ਵਿੱਚ ਆਪਰੇਸ਼ਨ ਦੀ ਲੋੜ ਨਹੀਂ ਹੁੰਦੀ। ਉਹ ਸਿਰਫ ਪਰਹੇਜ਼ ਦੇ ਨਾਲ, ਐਕਸਰਸਾਈਜ਼ਾਂ ਦੇ ਨਾਲ, ਪ੍ਰੋਪਰ ਉੱਠਣ ਬੈਠਣ ਦੇ ਤਰੀਕੇ ਦੇ ਨਾਲ ਤੇ ਕੁਝ ਦਵਾਈਆਂ ਦੇ ਨਾਲ ਉਹਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਹੁਣ ਤੁਸੀਂ ਐਕਸਰਸਾਈਜ਼ ਤੇ ਪ੍ਰੋਪਰ ਉੱਠਣ ਬੈਠਣ ਦੀ ਗੱਲ ਕੀਤੀ। ਬਿਲਕੁਲ ਸਰ, ਬਿਲਕੁਲ। ਮੰਨ ਲਓ ਜੇ ਕਿਸੇ ਨੂੰ ਕਮਰ ਦਰਦ ਕੋਈ ਵੀਡੀਓ ਦੇਖ ਰਿਹਾ, ਕੋਈ ਐਸਾ ਪੇਸ਼ੈਂਟ ਆ, ਜਾਂ ਉਹ ਬੰਦੇ ਨੂੰ ਖੁਦ ਨੂੰ ਫੀਲ ਹੋ ਰਿਹਾ ਕਿ ਯਾਰ ਇਹ ਮੈਨੂੰ ਦਿੱਕਤਾਂ ਆ ਰਹੀਆਂ ਨੇ, ਆਪਾਂ ਉਹਨਾਂ ਨੂੰ ਕੀ ਸੁਜੈਸਟ ਕਰਦੇ ਹਾਂ ਕਿ ਤੁਸੀਂ ਕਿਵੇਂ ਉੱਠ ਬੈਠ ਸਕਦੇ, ਕੋਈ ਐਕਸਰਸਾਈਜ਼ ਵਗੈਰਾ? ਸਰ ਮੇਰਾ ਮੈਸੇਜ ਜਿਹੜੇ ਅੱਜ ਕੱਲ੍ਹ ਦੇ ਯੰਗਸਟਰਸ ਨੇ, ਸਭ ਤੋਂ ਪਹਿਲਾਂ ਤਾਂ ਮੈਂ ਯੰਗਸਟਰਸ ਨੂੰ ਮੈਸੇਜ ਦੇਣਾ ਚਾਹੁੰਦਾ ਕਿ ਸਰ ਆਪਣੇ ਅੱਜ ਕੱਲ੍ਹ ਆਪਾਂ ਸਾਰੇ ਜਿਮ ਫਰੀਕ ਆ। ਆਪਾਂ ਨੂੰ ਸਭ ਨੂੰ ਚਾਹੀਦਾ ਕਿ ਹਾਂ ਅਸੀਂ ਜਿਮ ਜਾਈਏ, ਫਿਟਨੈਸ ਹੋਈਏ, ਐਕਸਰਸਾਈਜ਼ ਕਰੀਏ। ਆਪਾਂ ਜਿਮ ਜਾ ਕੇ ਸਰ ਡੈਡ ਲਿਫਟ ਕਰਦੇ ਹਾਂ, ਵੇਟਸ ਚੱਕਦੇ ਹਾਂ, ਹੈਵੀ ਕੰਮ ਕਰਦੇ ਹਾਂ। ਸਰ ਸਭ ਤੋਂ ਵੱਡਾ ਕਾਰਨ ਸਲਿਪ ਡਿਸਕ ਦਾ ਯੰਗਸਟਰਸ ਦੇ ਵਿੱਚ ਇੰਪ੍ਰੋਪਰ ਪੋਜੀਸ਼ਨਿੰਗ, ਗਲਤ ਤਰੀਕੇ ਨਾਲ ਜਿਮ ਲਗਾਉਣਾ, ਗਲਤ ਤਰੀਕੇ ਨਾਲ ਉੱਠਣਾ ਬੈਠਣਾ, ਇਹ ਸਭ ਤੋਂ ਵੱਡਾ ਕਾਰਨ ਹੈ ਡਿਸਕ ਸਲਿਪ ਹੋਣ ਦਾ। ਜਦੋਂ ਤੁਸੀਂ ਜਾ ਕੇ ਜਿਮ ਦੇ ਵਿੱਚ ਲੈਟਸ ਲਗਾਉਂਦੇ ਹੋ ਜਾਂ ਹੈਵੀ ਡੈਡ ਲਿਫਟ ਲਗਾਉਂਦੇ ਹੋ, ਸਭ ਤੋਂ ਜ਼ਿਆਦਾ ਸਲਿਪ ਡਿਸਕ ਉਸ ਲੈਵਲ ਦੇ ਉੱਤੇ ਹੁੰਦੀ ਹੈ। ਸੋ ਵਿਊਅਰਸ, ਜੇ ਕਦੀ ਵੀ ਤੁਸੀਂ ਯੰਗਸਟਰਸ ਹੋ, ਤੁਸੀਂ ਜਿਮ ਜਾਣਾ, ਬਿਨਾਂ ਪ੍ਰੋਪਰ ਗਾਈਡੈਂਸ ਤੋਂ ਤੁਸੀਂ ਜਿਮ ਨਹੀਂ ਲਗਾਉਣਾ। ਪਹਿਲਾਂ ਆਪਣੀ ਬੋਡੀ ਨੂੰ ਪ੍ਰੋਪਰ ਤਰੀਕੇ ਨਾਲ 15-20 ਦਿਨ ਲਗਾ ਕੇ ਵਾਰਮ ਅਪ ਕਰਵਾਉਣਾ ਹੈ। ਕੁਝ ਅਮਾਊਂਟ ਤੱਕ ਹੀ ਤੁਸੀਂ ਪ੍ਰੋਪਰ ਤਰੀਕੇ ਨਾਲ ਜਿਮ ਲਗਾਉਣਾ ਹੈ ਤੇ ਬਿਨਾਂ ਗਾਈਡੈਂਸ ਤੋਂ ਤੁਸੀਂ ਜਿਮ ਨਹੀਂ ਲਗਾਉਣਾ। ਨਹੀਂ ਲਗਾਉਣਾ ਬਹੁਤ ਸਭ ਤੋਂ ਜ਼ਿਆਦਾ ਸਾਡੇ ਕੋਲ ਯੰਗਸਟਰ ਇਸੇ ਪ੍ਰੋਬਲਮ ਨਾਲ ਸਿਟਿੰਗ ਜੌਬ ਜ਼ਿਆਦਾ ਅੱਜ ਕੱਲ੍ਹ ਦੇ ਟਾਈਮ ਦੇ ਜਿਹੜੇ ਆਫਿਸ ਵਰਕ ਕਰਦੇ ਨੇ, ਉਹਨਾਂ ਵਾਸਤੇ ਆਪਾਂ ਕੀ ਕਹਿ ਸਕਦੇ? ਆਫਿਸ ਵਰਕਰਸ ਵਾਸਤੇ ਸਭ ਤੋਂ ਮਾੜੀ ਚੀਜ਼ ਹੈ ਉਹਨਾਂ ਦਾ ਪੋਸਚਰ। ਆਪਾਂ ਕਿਸ ਤਰੀਕੇ ਨਾਲ ਬੈਠਦੇ ਹਾਂ ਸਰ। ਆਪ ਤੁਸੀਂ ਦੇਖਿਆ ਹੋਊਗਾ, ਆਪਾਂ ਅੱਜ ਕੱਲ੍ਹ ਟੇਬਲਸ 'ਤੇ ਬੈਠਦੇ ਹਾਂ। ਆਪਾਂ ਕਿਵੇਂ ਬੈਠਦੇ ਹਾਂ? ਆਪਾਂ ਅੱਗੇ ਨੂੰ ਹੋ ਕੇ ਝੁੱਕ ਕੇ ਕੰਮ ਕਰਦੇ ਹਾਂ ਸਰ। ਜਦੋਂ ਵੀ ਬੈਠਣਾ ਹੈ, ਜਿੰਨੇ ਵੀ ਆਫਿਸ ਵਰਕਰਸ ਨੇ, ਜਿੰਨੇ ਵੀ MNCs ਕੋਆਪਰੇਟਸ ਦੇ ਵਿੱਚ ਲੋਕ ਕੰਮ ਕਰਦੇ ਨੇ, ਤੁਹਾਡਾ ਬੈਠਣ ਦਾ ਇੱਕ ਪ੍ਰੋਪਰ ਪੋਸਚਰ ਹੋਣਾ ਚਾਹੀਦਾ ਸਰ। ਤੁਹਾਡੇ ਜਿਹੜੀ ਚੇਅਰ ਹੋਣੀ ਚਾਹੀਦੀ ਹੈ, ਤੁਹਾਡੀ ਬੈਕ ਪ੍ਰੋਪਰ ਚੇਅਰ ਦੇ ਨਾਲ ਪਿੱਛੇ ਲੱਗ ਕੇ ਸਿੱਧੇ ਬੈਠਣਾ ਚਾਹੀਦਾ ਸਰ ਤੁਹਾਨੂੰ। ਤੁਹਾਡੇ ਪੈਰਾਂ ਥੱਲੇ ਇੱਕ ਫੁੱਟ ਰੈਸਟ ਹੋਣਾ ਚਾਹੀਦਾ ਹੈ, ਸੋ ਦੈਟ ਤੁਹਾਡੇ ਜਿਹੜੇ ਥਾਈਜ਼ ਨੇ ਇਹ ਰਿਲੈਕਸਡ ਹੋਣ। ਤੇ ਜਿਹੜਾ ਤੁਹਾਡਾ ਟੇਬਲ ਹੈ, ਤੁਹਾਡੇ ਬਿਲਕੁਲ ਪੇਟ ਦੇ ਨਾਲ ਲੱਗਿਆ ਹੋਣਾ ਚਾਹੀਦਾ, ਤਾਂ ਕਿ ਤੁਸੀਂ ਅੱਗੇ ਝੁੱਕ ਕੇ ਕੰਮ ਨਾ ਕਰੋ ਸਰ। ਇਹ ਐਗਜ਼ੈਕਟ ਪੋਸਚਰ ਹੈ। ਤੇ ਐਵਰੀ ਮਤਲਬ ਘੰਟੇ 1.5 ਘੰਟੇ ਬਾਅਦ ਥੋੜ੍ਹਾ ਜਿਹਾ ਉੱਠ ਕੇ ਆਪਣੀ ਬੋਡੀ ਦੀ ਥੋੜ੍ਹੀ ਸਟ੍ਰੈਚਿੰਗ ਕਰੋ। ਕੰਟੀਨਿਊਸਲੀ ਲੌਂਗ ਟਾਈਮ ਤੱਕ ਤੁਸੀਂ ਬੈਠ ਕੇ ਪ੍ਰੋਪਰ ਕੰਮ ਨਹੀਂ ਕਰਨਾ, ਲਗਾਤਾਰ ਨਹੀਂ ਕਰਨਾ। ਉੱਠੋ, ਵਾਸ਼ਰੂਮ ਜਾਓ, ਚਾਹ ਪੀ ਲਓ, 5-10 ਮਿੰਟ ਉੱਠ ਕੇ ਥੋੜੀ ਸਟ੍ਰੈਚਿੰਗ ਹੋ ਜਾਂਦੀ ਹੈ। ਗੇੜਾ ਜਿਹਾ ਕੱਢ ਲਓ। ਜਦੋਂ ਵੀ ਬੈਠਣਾ ਹੈ ਪ੍ਰੋਪਰ ਤਰੀਕੇ ਨਾਲ ਬੈਠ ਕੇ ਕੰਮ ਕਰੋ ਸਰ।
ਸਿਮਿਲਰਲੀ ਸਰ ਸਰਵਾਈਕਲ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਜਦੋਂ ਆਪਾਂ ਕੰਟੀਨਿਊਸਲੀ ਸਰ ਝੁੱਕ ਕੇ ਕੰਮ ਕਰਦੇ ਰਵਾਂਗੇ। ਅੱਜ ਕੱਲ੍ਹ ਲੈਪਟਾਪ ਸੇ ਕੰਪਿਊਟਰ ਸੇ ਸਾਰਾ ਕੰਮ ਹੁੰਦਾ ਹੈ, ਆਪਾਂ ਸਰ ਇਸ ਤਰੀਕੇ ਨਾਲ ਬੈਠ ਕੇ ਝੁੱਕ ਕੇ ਕੰਮ ਕਰਦੇ ਹਾਂ। ਸੋ ਇਹਦੇ ਵਾਸਤੇ ਵੀ ਆਈਡਲੀ ਕੀ ਹੈ, ਤੁਹਾਨੂੰ ਇੱਕ ਲੈਪਟਾਪ ਟੇਬਲ ਯੂਜ਼ ਕਰਨਾ ਚਾਹੀਦਾ ਹੈ। ਤੁਹਾਡੀ ਜਿਹੜੀ ਟੇਬਲ ਤੇ ਚੇਅਰ ਦੀ ਜਿਹੜੀ ਹਾਈਟ ਹੈ ਇਸ ਤਰੀਕੇ ਨਾਲ ਹੋਵੇ ਕਿ ਤੁਹਾਡਾ ਐਂਗਲ 0 ਡਿਗਰੀ ਦਾ ਹੋਣਾ ਚਾਹੀਦਾ ਹੈ। ਜੇ ਤਾਂ 5-10 ਮਿੰਟ ਕੰਮ ਕਰਨਾ ਹੈ ਦੈਨ ਇਟਸ ਓਕੇ, ਬਟ ਆਈਡਲੀ ਜੇ ਤੁਸੀਂ ਲੰਬੇ ਟਾਈਮ ਤੱਕ ਕੰਮ ਕਰ ਰਹੇ ਹੋ ਤੁਹਾਡਾ ਐਂਗਲ 0 ਡਿਗਰੀ ਦਾ ਹੋਣਾ ਚਾਹੀਦਾ ਹੈ। ਸਰ ਹੋਰ ਤਾਂ ਛੱਡੋ, ਅੱਜ ਕੱਲ੍ਹ ਘਰਾਂ ਦੇ ਵਿੱਚ ਆਪਾਂ ਮੋਬਾਈਲ ਦਾ ਇੰਨਾ ਯੂਜ਼ ਕਰਦੇ ਹਾਂ, ਆਪਾਂ ਸਾਰਾ ਦਿਨ ਮੋਬਾਈਲ ਨੂੰ ਲੈ ਕੇ ਐਵੇਂ ਬੈਠੇ ਰਹਿੰਦੇ ਹਾਂ, ਉਹਦੇ ਨਾਲ ਵੀ ਨੈਕ ਦੀ ਸਰਵਾਈਕਲ ਦੀ ਪ੍ਰੋਬਲਮ ਬੜੀ ਸਟਾਰਟ ਹੋ ਜਾਂਦੀ ਹੈ। ਆਈਡਲੀ ਆਪਾਂ ਨੂੰ 0 ਡਿਗਰੀ ਦੇ ਐਂਗਲ ਤੇ ਕੰਮ ਕਰਨਾ ਚਾਹੀਦਾ ਹੈ। ਇਸ ਤਰੀਕੇ ਨਾਲ ਕੰਮ ਕਰੋ, 0 ਡਿਗਰੀ ਦੇ ਐਂਗਲ ਨਾਲ ਕੰਮ ਕਰੋ। ਸਰ ਆਪਾਂ ਰਾਤ ਨੂੰ ਸੌਂਦੇ ਹਾਂ, ਆਪਣਾ ਸੌਣ ਦਾ ਪੋਸਚਰ ਬਹੁਤ ਮਾੜਾ ਹੈ ਸਰ। ਆਪਾਂ ਲੈਂਦੇ ਇੰਨੇ ਉੱਚੇ 2-2 3-3 ਇੰਚੀ ਆਪਾਂ ਸਰਾਣੇ ਲੈ ਕੇ ਪੈਂਦੇ ਹਾਂ, ਆਪਣੀ ਗਰਦਨ ਕੰਟੀਨਿਊਸਲੀ ਇਸ ਪੋਸਚਰ 'ਚ ਰਹਿੰਦੀ ਹੈ। ਬਿਲਕੁਲ ਆਪਾਂ ਨੂੰ ਆਈਡਲੀ ਕੀ ਹੋਣਾ ਚਾਹੀਦਾ ਹੈ ਸਰ, ਇਹ ਤਾਂ ਕਨਸੈਪਟ ਹੀ ਗਲਤ ਹੈ ਕਿ ਆਪਾਂ ਸਿਰ ਥੱਲੇ ਸਰਾਣਾ ਲੈਣਾ ਹੈ। ਆਈਡਲੀ ਆਪਾਂ ਨੂੰ ਨੈਕ ਨੂੰ ਸਪੋਰਟ ਕਰਨਾ ਚਾਹੀਦਾ ਹੈ। ਜਦੋਂ ਆਪਾਂ ਸੌਂਦੇ ਹਾਂ ਕੋਈ ਖੇਸੀ ਦਾ ਕਿਸੇ ਚੀਜ਼ ਦਾ ਰੋਲ ਬਣਾ ਕੇ, ਜਾਂ ਅੱਜ ਕੱਲ੍ਹ ਸੀ ਸ਼ੇਪ ਜਿਹੜੇ ਆਉਂਦੇ ਨੇ, ਤੁਸੀਂ ਗਰਦਨ ਨੂੰ ਸਪੋਰਟ ਦੇਣੀ ਹੈ, ਤੁਸੀਂ ਸਿਰ ਨੂੰ ਸਪੋਰਟ ਤਾਂ ਦੇਣੀ ਨਹੀਂ। ਤੁਸੀਂ ਸਿਰ ਨੂੰ ਹੋਰ ਫਲੈਕਸ ਕਰ ਲੈਂਦੇ ਹੋ, ਹੋਰ ਕੰਟੀਨਿਊਸਲੀ ਸਟ੍ਰੇਨ 'ਚ ਰਹਿੰਦਾ ਹੈ। ਲੋਕ ਤਾਂ ਏਡੇ ਉੱਚੇ ਸਰਾਣੇ ਲੈ ਲੈਂਦੇ ਨੇ, ਪੂਰਾ ਗਰਦਨ ਐ ਝੁੱਕੇ ਰਹਿੰਦੀ ਹੈ। ਸੋ ਜਦੋਂ ਤੁਸੀਂ ਰਾਤ ਨੂੰ ਸੌਣਾ, ਆਈਡਲੀ ਤੁਹਾਡੇ ਗਰਦਨ ਦੇ ਥੱਲੇ ਇੱਕ ਸੀ ਸ਼ੇਪ ਪਿਲੋ, ਹੁਣ ਜਿਵੇਂ ਮੰਨ ਲਓ ਕੋਈ ਹੁਣ ਟਾਵਲ ਵਗੈਰਾ ਦਾ ਯੂਜ਼ ਕਰਦੇ ਟਾਵਲ ਕਰ ਲਓ, ਖੇਸੀ ਕਰ ਲਓ, ਇਹਨੂੰ ਬਣਾਓ, ਕਿਸ ਥੱਲੇ ਰੱਖੋ, ਸਿੰਪਲ ਹਾਂ ਉਹਦੇ ਰੱਖ ਲਓ, ਬਸ ਰੱਖੋ, ਸਿੰਪਲ। ਉਸ ਤੋਂ ਬਾਅਦ ਕੁਛ ਹੈ ਨਹੀਂ। ਹਾਂ ਜਦੋਂ ਪਾਸਾ ਲੈਂਦੇ ਹੋ ਉਦੋਂ ਜ਼ਰੂਰ ਸਰਾਣੇ ਦੀ ਆਪਾਂ ਸਪੋਰਟ ਲੈ ਸਕਦੇ ਹਾਂ, ਕਿਉਂਕਿ ਉਦੋਂ ਆਪਣੀ ਗਰਦਨ ਐਵੇਂ ਜਾਂਦੀ ਹੈ। ਹਾਂ ਫੇਸ ਸਰਾਣੇ ਦੀ ਸਪੋਰਟ ਲੈਣੀ, ਉਹ ਵੀ ਕੋਈ ਜ਼ਿਆਦਾ ਵੱਡਾ ਸਰਾਣਾ ਲੈਣਾ ਹੀ, ਫਿਰ ਬਹੁਤ ਮਿਨੀਮਲ ਬਹੁਤ ਪਤਲਾ ਸਰਾਣਾ ਲੈਣਾ ਸਰ। ਹਾਂਜੀ। ਤੇ ਸਿਮਿਲਰਲੀ ਬੈੱਡ ਦੀ ਜੇ ਆਪਾਂ ਗੱਲ ਕਰੀਏ, ਅੱਜ ਕੱਲ੍ਹ ਮਾਰਕੀਟ 'ਚ ਬੜੇ ਵੱਡੇ ਮਾਰਕੀਟਿੰਗ ਗਿਮਿਕਸ ਨੇ, ਔਰਥੋ ਮੈਟਰਸ ਆ ਗਏ, ਇਹ ਗੱਦੇ ਆ ਗਏ, ਇਹ ਪ੍ਰੋਬਲਮ ਰਹਿੰਦੀ ਹੈ। ਸਰ ਆਪਾਂ ਨੂੰ ਬੇਸਿਕਲੀ ਇੱਕ ਹਾਰਡ ਬੈੱਡ ਦੀ ਲੋੜ ਹੈ। ਕੋਈ ਵੀ 4 ਇੰਚੀ 6 ਇੰਚੀ ਗੱਦਾ ਆਪਣੇ ਵਾਸਤੇ ਸਫੀਸ਼ੀਐਂਟ ਹੈ ਸਰ। ਬਸ ਹਾਰਡ ਬੈੱਡ ਤੋਂ ਕੀ ਮਤਲਬ ਹੈ, ਪੁਰਾਣੇ ਟਾਈਮਾਂ 'ਚ ਆਪਾਂ ਮੰਜੇ ਯੂਜ਼ ਕਰਦੇ ਸੀਗੇ, ਜਿਹਦਾ ਬੇਸ ਹੁੰਦਾ ਸੀਗਾ ਉਹ ਸਟੇਬਲ ਨਹੀਂ ਸੀ, ਉਹ ਕਰਵ ਨਹੀਂ ਉਹ ਕਰਵ ਹੁੰਦਾ ਸੀ। ਸੋ ਹਾਰਡ ਬੈੱਡ ਦਾ ਮਤਲਬ ਹੈ ਕਿ ਆਪਣਾ ਸਿੰਪਲ ਪਲਾਈ ਲੱਗਿਆ ਹੋਇਆ, ਕੋਈ ਵੀ ਦੀਵਾਨ ਹੈ, ਬੈੱਡ ਹੈ, ਸਿੰਪਲ ਉਹ ਹਾਰਡ ਬੈੱਡ ਹੀ ਹੈ। ਤਖਤ ਪੋਸ਼ ਹੁੰਦੇ ਸੀ, ਬਹੁਤ ਵਧੀਆ, ਬਿਲਕੁਲ ਤਖਤ ਪੋਸ਼ ਤੇ ਪਾਓ, ਬਿਲਕੁਲ ਬੈਸਟ ਹੈ। ਮੰਜੇ ਤੇ ਨਹੀਂ ਪੈਣਾ ਲੰਬੇ ਟਾਈਮ। ਜਿਹਨੂੰ ਇਹ ਵੀ ਉਹ ਹੈ ਕਿ ਯੰਗਸ ਨੂੰ, ਤੁਹਾਨੂੰ ਜਾਂ ਮੈਨੂੰ ਇਹ ਪ੍ਰੋਬਲਮ ਨਹੀਂ ਆਊਗੀ, ਜਿਨ੍ਹਾਂ ਦੀ ਉਮਰ 40-45 ਸਾਲ ਦੀ ਹੋ ਚੁੱਕੀ ਹੈ, ਜਿਨ੍ਹਾਂ ਨੂੰ ਆਲਰੇਡੀ ਕਮਰ ਦੇ ਵਿੱਚ ਦਿੱਕਤ ਆ ਚੁੱਕੀ ਹੈ, ਉਹਨੂੰ ਅਸੀਂ ਪਰਹੇਜ਼ ਕਰਨਾ ਹੈ। ਤੁਸੀਂ ਮੰਜੇ ਤੇ ਨਹੀਂ ਪੈਣਾ, ਤੁਸੀਂ ਹਾਰਡ ਬੈੱਡ ਤੇ ਪੈਣਾ, ਸੋ ਦੈਟ ਤੁਹਾਡੀ ਜਿਹੜੀ ਬੋਡੀ ਦੇ ਆਪਣੇ ਨੈਚੁਰਲ ਕਰਵਸ ਹੁੰਦੇ ਨੇ। ਤੁਸੀਂ ਦੇਖੋ ਸਰ ਉੱਪਰੋਂ ਆਪਣੇ ਕਰਵ ਹੁੰਦਾ ਬੋਡੀ ਦਾ, ਸੋ ਜਦੋਂ ਆਪਾਂ ਹਾਰਡ ਬੈੱਡ ਤੇ ਪੈਂਦੇ ਆਪਣੇ ਕਰਵਸ ਮੇਨਟੇਨ ਰਹਿੰਦੇ ਨੇ। ਸੋ ਸਾਰੀ ਗੇਮ ਹੀ ਕਰਵਸ ਦੀ ਹੈ। ਜਦੋਂ ਆਪਾਂ ਮੰਜੇ ਤੇ ਪਾਵਾਂਗੇ ਆਪਣੇ ਕਰਵਸ ਖਤਮ ਹੋ ਜਾਂਦੇ ਨੇ ਸਰ, ਸੋ ਉਹਦੇ ਨਾਲ ਅਲਟੀਮੇਟਲੀ ਆਪਾਂ ਨੂੰ ਪ੍ਰੋਬਲਮ ਆਉਂਦੀ ਹੈ। ਸੋ ਇਹ ਕੁਝ ਗੱਲਾਂ ਨੇ ਸਰ, ਬੇਸਿਕਲੀ ਅਵੇਅਰਨੈਸ ਹੈ ਸਰ। ਆਪਾਂ ਨੂੰ ਸਾਡੇ ਕੋਲ ਗੱਲ ਜਾਣਕਾਰੀ ਘੱਟ ਹੋਣ ਦੀ ਜਾਣਕਾਰੀ ਇੱਕ ਕਾਰਨ ਹੀ ਸਰ ਅੱਜ ਕੱਲ੍ਹ ਤੁਸੀਂ ਦੇਖੋ ਹਰ ਤੀਸਰੇ ਬੰਦੇ ਨੂੰ ਸਰ, ਹੋਰ ਤਾਂ ਹੋਰ ਅੱਜ ਕੱਲ੍ਹ ਨਵਜਾਤ ਸ਼ਿਸ਼ੂਆਂ ਨੂੰ ਸਰ, ਸਾਡੇ ਕੋਲ ਮੈਂ ਨਿਊਰੋ ਸਰਜਨ ਵੀ ਹਾਂ, ਸਾਡੇ ਕੋਲ ਸਰ ਨਵਜੰਮੇ ਬੱਚੇ ਆਉਂਦੇ ਨੇ ਸਰ, 1-2 ਦਿਨ ਦੇ ਬੱਚੇ ਆਉਂਦੇ ਨੇ, ਉਹਨਾਂ ਦੀ ਪੂਰੀ ਰੀੜ੍ਹ ਦੀ ਹੱਡੀ ਹੀ ਡਿਵੈਲਪ ਨਹੀਂ ਹੁੰਦੀ। ਉਹਨਾਂ ਦੀ ਰੀੜ੍ਹ ਦੀ ਹੱਡੀ ਬਾਹਰ ਆਈ ਹੁੰਦੀ ਹੈ, ਚਮੜੀ ਤੋਂ ਬਾਹਰ। ਸ਼ਾਇਦ ਤੁਸੀਂ ਵੀ ਕਦੀ ਕੋਈ ਬੱਚਾ ਦੇਖਿਆ ਹੋਊਗਾ ਜਿਹਦੀ ਰੀੜ੍ਹ ਦੀ ਹੱਡੀ ਪਿੱਛੇ ਏਡਾ, ਮਤਲਬ ਜਿਹਨੂੰ ਆਪਾਂ ਛਾਲਾ ਕਹਿ ਦਿੰਦੇ ਹਾਂ ਜਾਂ ਫੋੜਾ ਕਹਿ ਦਿੰਦੇ ਹਾਂ, ਉਹਦੇ ਵਿੱਚ ਰੀੜ੍ਹ ਦੀ ਹੱਡੀ ਪੂਰੀ ਬਾਹਰ ਆਈ ਹੁੰਦੀ ਹੈ। ਸਰ ਇਹਦਾ ਕਾਰਨ ਕੀ ਹੈ? ਇਹਦਾ ਕਾਰਨ ਕੀ ਹੈ, ਜਦੋਂ ਜਨੇਪਾ ਹੁੰਦਾ ਹੈ ਤਾਂ ਮਦਰ ਦੀ ਖੁਰਾਕ, ਜੋ ਬਹੁਤ ਇੰਪੋਰਟੈਂਟ ਫੈਕਟਰ ਹੈ ਸਰ, ਆਪਣਾ ਇੱਕ ਫੋਲਿਕ ਐਸਿਡ ਹੁੰਦਾ ਹੈ, ਵਿਟਾਮਿਨ B9 ਆਪਾਂ ਉਸਨੂੰ ਕਹਿ ਦਿੰਦੇ ਹੁੰਦੇ ਆ, ਜੇ ਉਹਦੀ ਕਮੀ ਹੋ ਜੇ ਤਾਂ ਬੱਚੇ ਦੀ ਰੀੜ੍ਹ ਦੀ ਹੱਡੀ ਹੀ ਨਹੀਂ ਬਣਦੀ। ਯਾਨੀ ਫਿਰ ਵੀ ਅੱਛਾ ਇੰਨੀ ਜ਼ਿਆਦਾ ਪ੍ਰੋਬਲਮਸ ਨੇ। ਤੇ ਇਹਦੇ ਵਿੱਚ ਵੀ ਸਰ, ਇਹਦੇ ਵਿੱਚ ਇਹ ਬਹੁਤ ਪੁਰਾਣੀ ਪ੍ਰੋਬਲਮ ਹੈ ਸਰ। ਅੱਜ ਕੱਲ੍ਹ ਤਾਂ ਥੋੜੀ ਘਟ ਗਈ ਹੈ, ਕਿਉਂਕਿ ਹਰ ਗਾਇਨੋਕੋਲੋਜਿਸਟ, ਹਰ ਡਾਕਟਰਸ, ਅਸੀਂ ਫੋਲਿਕ ਐਸਿਡ ਪਹਿਲਾਂ ਹੀ, ਕਿ ਜਦੋਂ ਮਤਲਬ ਗਰਭ ਠਹਿਰਨ ਦੀ ਵਿਧੀ ਸ਼ੁਰੂ ਹੁੰਦੀ ਹੈ ਉਦੋਂ ਹੀ ਆਪਾਂ ਫੋਲਿਕ ਐਸਿਡ ਸਟਾਰਟ ਕਰ ਦਿੰਦੇ ਹਾਂ। ਹਜੇ ਤਾਂ ਘਟ ਚੁੱਕੀ ਹੈ, ਪਰ ਅੱਜ ਵੀ ਸਰ ਕਈ ਲੋਕਾਂ ਦੇ ਵਿੱਚ, ਪੈਰੀਫਰੀਜ਼ ਦੇ ਵਿੱਚ ਜਾਂ ਕਈ ਪਿੰਡਾਂ ਦੇ ਵਿੱਚ ਲੋਕ ਅਲਟਰਾਸਾਊਂਡ ਨਹੀਂ ਕਰਾਉਂਦੇ। ਸੋ ਤਾਂ ਹੀ ਕਰਕੇ ਅਸੀਂ ਕਹਿੰਦੇ ਹਾਂ ਕਿ ਜਦੋਂ ਵੀ ਬੱਚਾ ਹੁੰਦਾ ਹੈ, ਘੱਟੋ ਘੱਟ 12ਵੇਂ ਤੇ 20ਵੇਂ ਮਹੀਨੇ ਦੇ ਵਿੱਚ ਹਫ਼ਤੇ ਦੇ ਵਿੱਚ ਅਲਟਰਾਸਾਊਂਡ ਕਰਾਉਣਾ ਬਹੁਤ ਜ਼ਰੂਰੀ ਹੈ, ਤਾਂ ਕਿ ਜੇ ਕੋਈ ਇਹੋ ਜਿਹੀ ਪ੍ਰੋਬਲਮ ਆਏ ਤਾਂ ਉਹਨੂੰ ਟਾਈਮ ਰਹਿੰਦੇ ਹੀ ਆਪਾਂ ਡੀਲ ਕਰ ਸਕੀਏ। ਨਹੀਂ ਤਾਂ ਸਰ ਜੋ ਬੱਚਾ ਜੰਮ ਰਿਹਾ ਉਹ ਪੂਰੀ ਜ਼ਿੰਦਗੀ ਡਿਪੈਂਡੈਂਟ ਹੋ ਕੇ ਰਹਿ ਜਾਂਦਾ ਸਰ। ਤੇ ਕਿਤੇ ਨਾ ਕਿਤੇ ਉਹਦੀ ਜ਼ਿੰਦਗੀ ਵੀ, ਤੇ ਜੇ ਐਟਲੀਸਟ ਆਪਾਂ ਟਾਈਮਲੀ ਉਹਨੂੰ ਡਾਇਗਨੋਸ ਕੀਤਾ ਹੋਵੇ ਤਾਂ ਜਨਮ ਹੁੰਦੇ ਹੀ ਉਹਦਾ ਡਿਲੀਵਰੀ ਇਹੋ ਜਿਹੇ ਸੈਂਟਰ 'ਚ ਹੋਵੇ ਜਿੱਥੇ ਸਾਰੀ ਫੈਸਿਲਿਟੀਜ਼ ਹੋਣ, ਫਿਰ ਉਹਨੂੰ ਜਨਮ ਰਹਿੰਦੇ ਵਿਦਿਨ 1 ਡੇ ਜਾਂ 2 ਡੇ ਦੇ ਵਿੱਚ ਅਸੀਂ ਸਰਜਰੀ ਕਰ ਦਿੰਦੇ ਹਾਂ। ਸਰ ਅਸੀਂ ਪਟਿਆਲੇ ਦੇ ਵਿੱਚ ਐਟਲੀਸਟ 12 ਤੋਂ 13 ਸਰਜਰੀਜ਼ ਕਰ ਚੁੱਕੇ ਹਾਂ ਨਵਜਾਤ ਸ਼ਿਸ਼ੂ ਦੀ, 1-1 ਦਿਨ ਦੇ 2-2 ਦਿਨ ਦੇ ਬੱਚਿਆਂ ਦੀ, ਤੇ ਟੱਚਵੁੱਡ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਹਜੇ ਉਹਨਾਂ ਦੇ ਪੈਰ ਵੀ ਅੱਛੇ ਚੱਲ ਰਹੇ ਨੇ। ਬਟ ਸਰ ਇਹ ਡਿਪੈਂਡ ਕਰਦਾ ਹੈ ਕਿ ਤੁਸੀਂ ਅਰਲੀ ਡਾਇਗਨੋਸ ਕੀਤਾ ਹੋਵੇ, ਟਾਈਮ ਰਹਿੰਦੇ ਆਪਾਂ ਨੂੰ ਪ੍ਰੋਬਲਮ ਪਤਾ ਹੋਊਗੀ ਤਾਂ ਆਪਾਂ ਉਹਦਾ ਇਲਾਜ ਵੀ ਕਰ ਪਾਵਾਂਗੇ। ਕਈ ਬੱਚੇ ਸਰ ਸਾਡੇ ਕੋਲ ਇਹੋ ਜਿਹੇ ਆਉਂਦੇ ਨੇ 3-3 4-4 ਮਹੀਨੇ ਤੇ ਆਉਂਦੇ ਨੇ ਸਰ, ਉਹ ਆਲਰੇਡੀ ਸਪਾਈਨਲ ਕਾਰਡ ਬਾਹਰ ਪਈ ਹੈ, ਉਹ ਬਾਹਰ ਪਈ ਹੈ, ਪ੍ਰੈਸ਼ਰ ਦੇ ਨਾਲ ਹੀ ਸਪਾਈਨਲ ਕਾਰਡ ਕੰਮ ਕਰਨਾ ਛੱਡ ਦਿੰਦੀ ਹੈ, ਫਿਰ ਉਹ ਬੱਚਿਆਂ ਦੇ ਪੈਰ ਕੰਮ ਨਹੀਂ ਕਰਦੇ, ਲੈਟਰਿਨ ਪਿਸ਼ਾਬ ਪੂਰੀ ਜ਼ਿੰਦਗੀ ਬੈੱਡ ਤੇ ਕਰਦੇ ਨੇ, ਉਹ ਇੱਕ ਪੇਰੈਂਟਸ ਵਾਸਤੇ ਇੱਕ ਡਿਪੈਂਡੈਂਸੀ ਬਣ ਕੇ ਰਹਿ ਜਾਂਦਾ ਹੈ। ਫਿਰ ਵੀ ਫਰਕ ਤਾਂ ਪੈਂਦਾ ਹੀ ਹੈ ਜੀ, ਹੈ ਨਾ ਸਰ। ਐਜੂਕੇਸ਼ਨ ਦਾ ਬਹੁਤ ਫਰਕ ਹੈ ਸਰ, ਲੋਕਾਂ ਨੂੰ ਅਵੇਅਰਨੈਸ ਹੋਣੀ ਬਹੁਤ ਵੱਡੀ ਗੱਲ ਹੈ ਸਰ। ਬਿਲਕੁਲ ਗੱਲ ਇੱਦਾਂ ਹੀ ਆ ਜਾਂਦੀ ਹੈ ਕਿ ਸੋਸ਼ਲ ਮੀਡੀਆ ਦਾ ਦੌਰ ਆ, ਬੜੇ ਥੇਰਾ ਕੁਝ ਅੱਜ ਕੱਲ੍ਹ ਤਾਂ ਮਿਲ ਜਾਂਦਾ। ਫਿਰ ਵੀ ਸੋਸ਼ਲ ਮੀਡੀਆ ਦੇ ਦੌਰ ਦੇ ਵਿੱਚ ਨਾ ਕਹਿੰਦਾ ਕਿ ਸੋਸ਼ਲ ਮੀਡੀਆ ਤੇ ਐਂ ਹੋਇਆ ਪਿਆ ਕਿ ਤੁਸੀਂ ਇੱਕ ਸ਼ਬਦ ਲਿਖੋ, ਹਾਂਜੀ, ਉਹਦੀਆਂ 50 ਵੀਡੀਓ ਨਿਕਲ ਜਾਂਦੀਆਂ ਨੇ, ਉਹ 50 ਵੀਡੀਓ ਦੇ ਵਿੱਚ 50 ਇਲਾਜ ਆ ਜਾਂਦੇ ਨੇ। ਸਰ ਆਪਾਂ ਡਿਪੈਂਡ ਕਰਦੇ ਹਾਂ ਨਾ ਆਪਾਂ ਕਿਸ ਚੀਜ਼ ਤੇ ਫੋਕਸ ਕਰਨਾ ਹੈ। ਜੇ ਆਪਾਂ ਆਪਣੀ ਪ੍ਰੋਬਲਮ ਦੇ ਉੱਤੇ ਫੋਕਸ ਕਰਾਂਗੇ ਤਾਂ ਡੈਫੀਨਿਟਲੀ ਆਪਾਂ ਨੂੰ ਇਲਾਜ ਮਿਲਣਗੇ। ਤੁਸੀਂ ਅੱਜ ਵੀ YouTube ਤੇ ਸਰਚ ਕਰਕੇ ਦੇਖੋ ਸਰ, ਇਹ ਮੈਂ ਕੋਈ ਨਵੀਂ ਜਾਣਕਾਰੀ ਨਹੀਂ ਦੇ ਰਿਹਾ ਸਰ, ਇਹ YouTube ਤੇ ਭਰੀ ਪਈ ਹੈ ਸਰ, ਬਟ ਆਪਾਂ ਦੇਖਦੇ ਨਹੀਂ ਇਸ ਚੀਜ਼ ਨੂੰ।
ਆਪਾਂ ਆਪਣੇ ਤੇ ਲਾ ਕੇ ਦੇਖੀਏ, ਹੋਰ ਊਟ-ਪਟਾਂਗ ਵੱਧ ਦੇਖੀਏ ਆਪਾਂ ਹੋਰ ਚੀਜ਼ਾਂ ਦੇਖਦੇ ਹਾਂ ਸਰ, ਮਤਲਬ ਆਪਣੀ ਮੇਨ ਚੀਜ਼ ਤੇ ਆਪਾਂ ਫੋਕਸ ਨਹੀਂ ਕਰਦੇ ਸਰ। ਬਿਲਕੁਲ, ਅਸੀਂ ਵੀ ਇਹੀ ਉਮੀਦ ਰੱਖਾਂਗੇ ਕਿ ਭਾਈ ਚੰਗੀ ਸਿਹਤ ਬੜੀ ਜ਼ਰੂਰੀ ਆ ਅੱਜ ਦੇ ਟਾਈਮ ਦੇ ਵਿੱਚ। ਬਹੁਤ ਬਹੁਤ ਧੰਨਵਾਦ ਸਰ ਹਾਂਜੀ ਹਾਂਜੀ ਮੈਂ ਸਰ ਇੱਕ ਹੋਰ ਵਿਊਅਰਸ ਨੂੰ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਸਪਾਈਨ ਸਰਜਰੀ ਜੋ ਇੱਕ ਮਿਥ ਬਣ ਚੁੱਕਿਆ ਹੈ ਕਿ ਸਪਾਈਨ ਸਰਜਰੀ ਨਹੀਂ ਕਰਾਣੀ, ਸਰ ਅੱਜ ਦੇ ਟਾਈਮ 'ਚ ਸਪਾਈਨ ਸਰਜਰੀ ਇਜ਼ ਐਬਸੋਲੂਟਲੀ ਸੇਫ, 95% ਤੋਂ ਜ਼ਿਆਦਾ ਸਕਸੈਸ ਰੇਟ ਹੈ ਸਰ। ਤੇ ਅੱਜ ਕੱਲ੍ਹ ਅਸੀਂ ਸਰ ਦੂਰਬੀਨ ਦੇ ਨਾਲ ਸਪਾਈਨ ਸਰਜਰੀ ਕਰਦੇ ਹਾਂ ਸਰ। ਸਾਡੇ ਕੋਲ ਇੰਨੀ ਲੇਟੈਸਟ ਟੈਕਨੀਕ ਨੇ ਕਿ ਜੇ ਪੇਸ਼ੈਂਟ ਅੱਜ ਸਾਡੇ ਕੋਲ ਆਉਂਦਾ ਹੈ, ਅਸੀਂ ਸਵੇਰੇ ਸਰਜਰੀ ਕਰਕੇ ਪੇਸ਼ੈਂਟ ਨੂੰ ਸ਼ਾਮੀ ਛੁੱਟੀ ਕਰ ਦਿੰਦੇ ਹਾਂ। ਅੱਛਾ, ਸਵੇਰੇ ਆਓ ਤੇ ਸ਼ਾਮ ਨੂੰ ਛੁੱਟੀ ਸਰ। ਸਰ ਇਹਨੂੰ ਅਸੀਂ ਲੇਟੈਸਟ ਟੈਕਨੀਕ ਕਹਿੰਦੇ ਆ, ਟ੍ਰਾਂਸਫੋਰਾਮਿਨਲ ਟੈਕਨੀਕ ਹੁੰਦੀ ਹੈ ਸਰ। ਨਾ ਪੇਸ਼ੈਂਟ ਨੂੰ ਬੇਹੋਸ਼ ਕਰਦੇ ਆ, ਜਾਗਦੇ ਪੇਸ਼ੈਂਟ ਦੇ ਵਿੱਚ ਲੋਕਲ ਦੇ ਵਿੱਚ ਸਪਾਈਨ ਸਰਜਰੀ ਹੁੰਦੀ ਹੈ, ਪੇਸ਼ੈਂਟ ਨੂੰ ਟੇਬਲ ਤੇ ਹੀ ਆਰਾਮ ਆ ਜਾਂਦਾ ਹੈ ਤੇ ਸ਼ਾਮ ਨੂੰ ਪੇਸ਼ੈਂਟ ਤੁਰ ਕੇ ਘਰੇ ਚਲਾ ਜਾਂਦਾ ਸਰ। ਆਪਣੀ ਨਿਊਰੋ ਸਰਜਰੀ ਇੰਨੀ ਜ਼ਿਆਦਾ ਐਡਵਾਂਸ ਹੋ ਚੁੱਕੀ ਹੈ, ਇਹਨੂੰ ਅਸੀਂ 360 ਡਿਗਰੀ ਨਿਊਰੋ ਸਰਜਰੀ ਕਹਿੰਦੇ ਆ ਕਿ ਆਪਾਂ ਅੱਜ ਕੱਲ੍ਹ ਸਪਾਈਨ ਨੂੰ ਹਰ ਪਾਸੇ ਤੋਂ ਐਡਰੈਸ ਕਰ ਸਕਦੇ ਹਾਂ, ਪਿੱਛੇ ਤੋਂ ਜਾ ਸਕਦੇ ਹਾਂ, ਸਾਈਡ ਤੋਂ ਜਾ ਸਕਦੇ ਹਾਂ, ਅੱਗੇ ਤੋਂ ਜਾ ਸਕਦੇ ਹਾਂ, ਡਿਪੈਂਡਿੰਗ ਅਪੋਨ ਕੀ ਇੰਡੀਕੇਸ਼ਨ ਹੈ, ਬਹੁਤ ਐਡਵਾਂਸ ਹੋ ਚੁੱਕੀ ਹੈ। ਸੋ ਪਲੀਜ਼ ਜੇ ਕੋਈ ਵੀ ਤੁਹਾਨੂੰ ਸਪਾਈਨ ਸਰਜਰੀ ਡਾਕਟਰ ਐਡਵਾਈਸ ਕਰਦਾ ਹੈ, ਉਹਨੂੰ ਲੋਕਾਂ ਦੀ ਗੱਲ ਸੁਣ ਕੇ ਉਸਨੂੰ ਇਗਨੋਰ ਨਾ ਕਰੋ, ਤੁਸੀਂ ਗੋ ਫॉर ਅ ਸੈਕਿੰਡ ਓਪੀਨੀਅਨ। ਜੇ ਕਿਤੇ ਤੁਹਾਨੂੰ ਲੱਗਦਾ ਹੈ ਕਿ ਕੋਈ ਗੜਬੜ ਹੈ ਜਾਂ ਕੁਝ ਹੋਰ ਹੈ, ਤੁਸੀਂ ਸੈਕਿੰਡ ਓਪੀਨੀਅਨ ਲਓ, ਥਰਡ ਓਪੀਨੀਅਨ ਲਓ, ਬਟ ਇਸ ਚੀਜ਼ ਨੂੰ ਪਲੀਜ਼ ਇਗਨੋਰ ਨਾ ਕਰੋ। ਇਹ ਬਹੁਤ ਵੱਡਾ ਵਰਦਾਨ ਹੈ। ਲੋਕ ਸਾਡੇ ਕੋਲ ਆਉਂਦੇ ਨੇ, ਸਾਨੂੰ ਆਪ ਕਹਿੰਦੇ ਡਾਕਟਰ ਸਾਹਿਬ ਸਾਨੂੰ ਨਵਾਂ ਜਨਮ ਮਿਲ ਗਿਆ ਜਦੋਂ ਆਪਰੇਸ਼ਨ ਕਰਾ ਕੇ ਜਾਂਦੇ ਨੇ। ਇਸ ਤੋਂ ਵੱਡੀ ਕੋਈ ਚੀਜ਼ ਨਹੀਂ। ਬਿਲਕੁਲ ਸਰ। ਤੇ ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਦਿੱਤਾ, ਬਹੁਤ ਵਧੀਆ ਲੱਗਿਆ ਤੁਹਾਨੂੰ ਗੱਲਾਂ ਬਾਤਾਂ ਕਰਕੇ ਵੀ। ਤੇ ਅਸੀਂ ਵੀ ਇਹੀ ਉਮੀਦ ਰੱਖਾਂਗੇ ਤੁਹਾਨੂੰ ਵੀ ਵੀਡੀਓ ਚੰਗੀ ਲੱਗੀ ਹੋਊਗੀ। ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹੁੰਦੇ ਆ, ਕਿਉਂ ਆਪਾਂ ਚਾਹੁੰਦੇ ਆ ਕਿ ਸਾਡਾ ਪੰਜਾਬ, ਸਾਡਾ ਦੇਸ਼ ਜਾਂ ਸਾਡੀ ਦੁਨੀਆ ਚੰਗੀ ਸਿਹਤ ਬਣਾਵੇ, ਚੰਗੀ ਸਿਹਤ ਰਹੇ ਉਹਨਾਂ ਦੀ। ਉਮੀਦ ਇਹ ਰੱਖਾਂਗੇ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋਗੇ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ। ਤਦ ਤੱਕ ਲਈ ਮੈਨੂੰ ਜਾਣੀ ਹਰਮਿੰਦਰ ਕਰਨ ਨੂੰ ਇਜਾਜ਼ਤ ਦੇ ਦਿਓ। ਧੰਨਵਾਦ।